आप लिहो तुम कथा सदा। सतनाम श्री वाहिगुरु साहिब जी। दोए मुख मंडल कानन कुंडल, डोलत शोभत मनोह अखंडल। सुंदर सूखम सिर उसनीक, ऊपर जिगा बंद बिदनीक। वाहिगुरु जी का खालसा वाहिगुरु जी की फतेह। परम सन्मान योग सत्कार योग गुरु रूप गुरु खालसा साध संगत जी, आप जी अत्यंत ਵਡਭਾਗੇ हो जिन्हां ਨੂੰ गुरु साहिब जी ने अपने चरणों में सद्या है। आवो सिख सतगुरु के प्यारे हो, गावो सच्ची बाणी। बाणी तां गावो गुरु केरी, बाणियां सिर बाणी। पवित्र अमृतमयी गुरबाणी दे नितनेम आरती दे कीर्तन आप जी ने सरवण कीते ਹਨ। आओ हुण श्री गुरु हराए साहिब जी महाराज की शोभा, उन्हां दी नित किरिया, सतगुरां दा जाहो जलाल कैसा सी, गुरु साहब दा दरबार कैसा सी, उन्हां दी दरबार दी शोभा कैसी सी। आओ सरवण करिए प्रेम नाल सारी संगत आखिए सतनाम श्री वाहिगुरु साहिब जी। सतनाम श्री वाहिगुरु साहिब जी। दोए मुख मंडल कानन कुंडल। महाराज साहब सच्चे पातशाह जी दे मुख मंडल दी शोभा कही नहीं जा सकती। दो कुंडल कन्ना विच पाए शोभा पांदे हन। डोलत शोभत मनहो अखंडल। मानो इंद्र वर्गी शोभा है, इस तरह महाराज सच्चे पातशाह जी दा दरबार लगा होया है। सुंदर सूखम सिर उसनीक। सूखम बरीक कपड़े दी सुंदर दस्तार सीस ते सजांदे हन सतगुरु हराए साहिब जी। ऊपर जिगा बंद बिदनीक। उते भली प्रकार नाल सुंदर जिगा कलगी तोड़ा लांदे हन। मन हो शांत रस के धर बेस। मानो शांत रस ने ये स्वरूप धारण कीता होया है। सोहत सूरज ज्ञान विशेष। ਜਾਂ ਇਦਾਂ ਸਮਝ ਲਓ ਵੀ ਗਿਆਨ ਦੀ ਸੂਰਤ ਗਿਆਨ ਦਾ ਹੀ ਸਰੂਪ ਹਨ। ਗਿਆਨ ਦੇ ਸੂਰਜ ਚੜ੍ਹੇ ਹੋਏ ਹਨ। ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਬੋਲ ਅਮੋਲਕ ਕੋਮਲ ਮੀਠੇ। ਮਹਾਰਾਜ ਦੇ ਬੋਲ ਬੜੇ ਹੀ ਅਣਮੁੱਲੇ ਹਨ। ਕੋਮਲ ਪਿਆਰ ਭਰੀ ਮਿੱਠੀ ਬਾਣੀ ਸਤਿਗੁਰੂ ਬੋਲਦੇ ਹਨ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹਉ ਸੰਭਲ ਥਕੀ जी, ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ। ਐਸੇ ਸਤਿਗੁਰੂ ਮਹਾਰਾਜ ਜੀ ਦਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਬਚਨ ਬਿਲਾਸ ਹੈ। ਉਹਨਾਂ ਦੇ ਬੋਲ ਮਿੱਠੇ ਹਨ। ਮੁਖ ਤੇ ਨਿਕਸਤ ਚਿਤ ਕੋ ਈਠੇ। ਮਹਾਰਾਜ ਦੀ ਰਸਨਾ ਤੋਂ ਜੋ ਪਿਆਰ ਭਰੇ ਬੋਲ ਨਿਕਲਦੇ ਹਨ, ਗੁਰੂ ਕੇ ਸਿੱਖਾਂ ਦੇ ਚਿੱਤ ਨੂੰ ਇਸ਼ਟ ਪਿਆਰੇ ਲੱਗਦੇ ਹਨ। ਕਮਲ ਪਾਂਖਰੀ ਆਂਖ ਵਿਸਾਲਾ। ਸਤਿਗੁਰਾਂ ਦੇ ਨੇਤਰ ਬੜੇ ਸੁੰਦਰ ਹਨ। ਜਿਵੇਂ ਕਮਲ ਦੀਆਂ ਪੰਖੜੀਆਂ ਹੁੰਦੀਆਂ ਹਨ, ਏਦਾਂ ਵੱਡੇ ਮੋਟੇ ਖੁੱਲੇ ਸੁੰਦਰ ਨੇਤਰ ਹਨ ਸਤਿਗੁਰੂ ਜੀ ਦੇ। ਕਿਰਪਾ ਭਰੀ ਤੇ ਪਿਖੈ ਕਿਰਪਾਲਾ। ਗੁਰੂ ਹਰਿਰਾਏ ਸਾਹਿਬ ਜੀ ਆਪਣੀ ਉਸ ਸੁੰਦਰ ਦ੍ਰਿਸ਼ਟੀ ਨਾਲ ਕਿਰਪਾ ਕਟਾਖ ਅਵਲੋਕਨ ਕੀਨੋ। ਦਾਸ ਕਾ ਦੁੱਖ ਵਿਦਾਰਿਓ। ਆਪਣੇ ਸਿੱਖਾਂ ਵੱਲ ਪ੍ਰੇਮ ਭਰੀ ਤੱਕਣੀ ਨਾਲ ਤੱਕਦੇ ਹਨ। ਗਰ ਸ਼ਮਸ਼ੇਰ ਧਰੀ ਖਰ ਧਾਰਾ। ਗਾਤਰੇ ਵਿੱਚ ਤਿੱਖੀ ਧਾਰ ਵਾਲੀ ਫੁਲਾਦੀ ਸ਼ਮਸ਼ੇਰ ਸ੍ਰੀ ਸਾਹਿਬ ਪਹਿਨਦੇ ਹਨ। ਮਹਾਰਾਜ ਛੇਵੇਂ ਪਾਤਸ਼ਾਹ ਤੋਂ ਬਾਅਦ ਸਾਰੇ ਸਤਿਗੁਰੂ ਸ਼ਸਤਰ ਧਾਰੀ ਹੋਏ ਹਨ। ਸੱਤਵੇਂ ਪਾਤਸ਼ਾਹ ਤਾਂ ਖਾਸ ਕਰਕੇ ਸ਼ਸਤਰਾਂ ਨਾਲ ਬਹੁਤ ਪ੍ਰੇਮ ਕਰਦੇ ਸਨ। 2200 ਘੋੜ ਸਵਾਰ ਫੌਜ ਵੀ ਰੱਖਦੇ ਸਨ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਰੋਜ਼ ਫੌਜਾਂ ਨੂੰ ਸ਼ਸਤਰ ਵਿੱਦਿਆ ਦਾ ਅਭਿਆਸ ਵੀ ਕਰਾਉਂਦੇ ਸਨ। ਸੋ ਆ ਗਾਤਰੇ ਵਿੱਚ ਬੜੀ ਸੁੰਦਰ ਤਿੱਖੀ ਤੇਗ ਪਹਿਨਦੇ ਹਨ। ਜਟਤ ਜਵਾਹਰ ਮੁਸ਼ਟ ਸੁਧਾਰਾ। ਜਿਸ ਸ੍ਰੀ ਸਾਹਿਬ ਦੇ ਸੁਨਹਿਰੀ ਮੁੱਠੇ ਤੇ ਹੀਰੇ ਮੋਤੀ ਜਗਮਗ ਜਗਮਗ ਕਰਦੇ ਜੜੇ ਹੋਏ ਹਨ। ਸਰ ਤੀਖਨ ਭੀਖਨ ਤੇ ਭਰਿਓ। ਔਰ ਮਹਾਰਾਜ ਦੇ ਪੱਥੇ ਵਿੱਚ ਬੜੇ ਤਿੱਖੇ ਭਿਆਨਕ ਤੀਰ, ਖੱਪਰੇ ਤੀਰ, ਨੋਲੂ ਤੀਰ, ਬਦਾਮ ਚੇ ਮੀਨ, ਮੁਖੇ ਬਰੀਚ ਲੋਡਰ
ਔਰ ਕਈ ਕਿਸਮ ਦੇ ਮਹਾਰਾਜ ਦੇ ਤੀਰ ਉਹ ਸਤਿਗੁਰੂ ਦੇ ਪੱਥੇ ਵਿੱਚ ਭਰੇ ਰਹਿੰਦੇ ਹਨ। ਤਾਰਕਸ਼ ਮੁਕਤਾ ਗੁੱਛਨ ਜਰਿਓ। ਔਰ ਤੀਰ ਸਾਧ ਸੰਗਤ ਜੀ ਜਿੱਥੇ ਮਹਾਰਾਜ ਦੇ ਪੱਥੇ 'ਚ ਸ਼ੋਭਾ ਪਾਉਂਦੇ ਹਨ, ਉਹ ਪੱਥੇ ਨੂੰ ਮੋਤੀਆਂ ਦੇ ਗੁੱਛੇ ਲੱਗੇ ਹੋਏ ਸ਼ਾਹੀ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੇ ਜਾਹੋ ਜਲਾਲ ਦਾ ਪ੍ਰਤੀਕ ਹਨ। ਧਰਹਿ ਧਨੁਖ ਕੋ ਅਧਿਕ ਕਠੋਰ। ਔਰ ਬੜਾ ਕਠੋਰ ਭਾਰੀ ਧਨੁਸ਼ ਸਤਿਗੁਰੂ ਜੀ ਧਾਰਨ ਕਰਦੇ ਹਨ। ਐਂਚਿਓ ਜਾਏ ਨਾ ਨਰ ਕੇ ਜੋਰ। ਜੋ ਕਿਸੇ ਬੰਦੇ ਕੋਲੋਂ ਬੜਾ ਜ਼ੋਰ ਲਾ ਕੇ ਵੀ ਨਾ ਖਿੱਚਿਆ ਜਾਵੇ। ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਕਿ ਉਸ ਕਮਾਨ ਨੂੰ ਕੰਨਾਂ ਦਾ ਹੀ ਖਿੱਚ ਕੇ ਚਲਾ ਸਕੇ। ਐਸਾ ਕਠੋਰ ਭਾਰੀ ਧਨੁਸ਼ ਸਤਿਗੁਰੂ ਜੀ ਆਪਣੇ ਮੋਢੇ ਤੇ ਸਜਾਉਂਦੇ ਹਨ। ਸਰਬ ਸ਼ਾਸਤਰ ਕਵ ਨਿਕਟ ਧਰਾਵੈ। ਸਾਰੇ ਸ਼ਸਤਰ ਆਪਣੇ ਕੋਲ ਰਖਾ ਲੈਂਦੇ ਨੇ। ਸੱਚੇ ਪਾਤਸ਼ਾਹ ਜੀ ਸ਼ਸਤਰਾਂ ਦੇ ਨਾਲ ਬਹੁਤ ਪ੍ਰੇਮ ਕਰਦੇ ਨੇ। ਗੁਰੂ ਹਰਿਰਾਏ ਸਾਹਿਬ ਜੀ ਕਬਹੁ ਆਪਣੇ ਅੰਗ ਲਗਾਵੈ। ਤੇ ਕਦੀ ਆਪਣੇ ਅੰਗ ਸਜਾ ਲੈਂਦੇ। ਜਿਵੇਂ ਦਾਦਾ ਜੀ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ਼ਸਤਰ ਪਹਿਨਿਆ ਕਰਦੇ ਸਨ, ਇੱਦਾਂ ਹੀ ਗੁਰੂ ਸਾਹਿਬ ਗੁਰੂ ਹਰਿਰਾਏ ਸਾਹਿਬ ਸੱਤਵੇਂ ਪਾਤਸ਼ਾਹ ਵੀ ਕਦੀ ਤਾਂ ਆਪਣੇ ਕੋਲ ਆਪਣੇ ਤਖਤ ਦੇ ਉੱਤੇ ਸ਼ਸਤਰ ਸਜਾ ਕੇ ਰੱਖਦੇ ਨੇ, ਕਦੀ ਆਪਣੇ ਕਮਰ ਕਸੇ 'ਚ ਸਜਾ ਲੈਂਦੇ ਨੇ। ਬਾਕ ਪਿਤਾਮੇ ਕੋ ਨਿਤ ਪਾਲਤ। ਆਪਣੇ ਦਾਦਾ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਬਚਨਾਂ ਦੀ ਪਾਲਣਾ ਕਰਦੇ ਨੇ। ਜਿਸ ਕਾਰਨ ਤੇ ਜੰਗ ਨਾ ਡਾਲਤ। ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਜੰਗ ਨਹੀਂ ਲੜਨਾ, ਦੁਸ਼ਮਣ ਚੜ੍ਹ ਕੇ ਆਵੇਗਾ ਉਤਰ ਕੇ ਜਾਵੇਗਾ, ਤੁਹਾਡੀ ਹਰ ਮੈਦਾਨ ਫਤਿਹ ਹੋਵੇਗੀ, ਤੁਹਾਨੂੰ ਜੰਗ ਲੜਨ ਦੀ ਲੋੜ ਨਹੀਂ ਪਵੇਗੀ। ਫੌਜ ਰੱਖਣੀ ਹੈ, ਜੰਗ ਦੀ ਤਿਆਰੀ ਰੱਖਣੀ ਹੈ, ਪਰ ਜੰਗ ਕਰਨਾ ਨਹੀਂ ਪਏਗਾ। ਇਸ ਕਰਕੇ ਸੱਤਵੇਂ ਪਾਤਸ਼ਾਹ ਮਹਾਰਾਜ ਜੰਗ ਕਰਦੇ ਨਹੀਂ, ਪਰ ਫੌਜਾਂ ਤਿਆਰ ਬਰ ਤਿਆਰ ਰੱਖਦੇ ਹਨ। ਕਿਉਂਕਿ ਛੇਵੇਂ ਪਾਤਸ਼ਾਹ ਨੂੰ ਪਤਾ ਸੀ ਕਿ 10ਵੇਂ ਜਾਮੇ 'ਚ ਲੋੜ ਪੈਣੀ ਹੈ। ਉੱਥੋਂ ਤੱਕ ਜੇ ਸਿੱਖਾਂ ਦਾ ਅਭਿਆਸ ਬਣਿਆ ਰਹੇਗਾ ਸ਼ਸਤਰਾਂ ਦੇ ਨਾਲ ਤਾਂ ਫਿਰ ਤਿਆਰ ਬਰ ਤਿਆਰ ਰਹਿਣਗੇ, ਅਤੇ ਜੇ ਸ਼ਸਤਰਾਂ ਦਾ ਅਭਿਆਸ ਛੱਡ ਦੇਣਗੇ ਫਿਰ ਇੱਕਦਮ ਤਿਆਰੀ ਕਰਨੀ ਔਖੀ ਹੁੰਦੀ ਹੈ। ਸੋ ਮਹਾਰਾਜ ਸਾਹਿਬ ਜੀ ਨੇ ਖਾਲਸੇ ਨੂੰ ਸਾਧ ਸੰਗਤ ਜੀ ਸਦਾ ਹੀ ਤਿਆਰ ਬਰ ਤਿਆਰ ਰਹਿਣ ਦਾ ਹੁਕਮ ਦਿੱਤਾ ਹੈ। ਖਾਲਸਾ ਸੋਏ ਜੋ ਕਰੈ ਨਿਤ ਜੰਗ, ਖਾਲਸਾ ਸੋਏ ਜੋ ਚੜ੍ਹੈ ਤੁਰੰਗ। ਤਿਆਰ ਬਰ ਤਿਆਰ ਰਹਿਣਾ, ਪਰ ਇਹਦਾ ਮਤਲਬ ਇਹ ਨਹੀਂ ਵੀ ਰਾਹ ਜਾਂਦੇ ਕਿਸੇ ਦਾ ਸਿਰ ਪਾੜ ਦੇਣਾ, ਕਿਸੇ ਬੇਲੋੜੇ ਬੇਦੋਸ਼ੇ ਨੂੰ ਮਾਰਨਾ ਨਹੀਂ। ਜੰਗ ਦੇ ਲਈ ਤਿਆਰ ਬਰ ਤਿਆਰ ਰਹਿਣਾ, ਜਿੱਥੇ ਲੋੜ ਪਈ ਉੱਥੇ ਜੂਝ ਜਾਣਾ। ਸੋ ਛੇਵੇਂ ਜਾਮੇ 'ਚ ਮਹਾਰਾਜ ਨੇ 4 ਜੰਗਾਂ ਲੜੀਆਂ ਸੀ, ਅਤੇ 10ਵੇਂ ਜਾਮੇ 'ਚ ਬੜੇ ਬੜੇ ਵੱਡੇ ਜੰਗ ਅਜੇ ਹੋਰ ਕਰਨੇ ਸਨ। ਇਸ ਕਰਕੇ ਸੱਤਵੇਂ ਪਾਤਸ਼ਾਹ ਨੂੰ ਕਿਹਾ ਸੀ ਵੀ ਤੁਸੀਂ ਤਿਆਰੀ ਰੱਖਣੀ, ਪਰ ਜੰਗ ਨਹੀਂ ਲੜਨਾ। ਸੱਤਵੇਂ ਪਾਤਸ਼ਾਹ ਆਪਣੇ ਦਾਦਾ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਮੰਨ ਕੇ ਤਿਆਰੀ ਪੂਰੀ ਰੱਖਦੇ ਹਨ, ਪਰ ਜੰਗ ਨਹੀਂ ਕਰਦੇ। ਤੁਰਕਾਦਿਕ ਜੇ ਰਿਪ ਹੋਏ ਆਵੈ। ਜੇ ਕੋਈ ਤੁਰਕ, ਕੋਈ ਮੁਗਲ, ਕੋਈ ਵੈਰੀ ਬਣ ਕੇ ਆਵੇ ਵੀ, ਔਰੰਗਜ਼ੇਬ ਵਰਗਾ ਕੋਈ ਦੁਸ਼ਟ ਬੰਦਾ, ਕੋਈ ਸਾਜ਼ਿਸ਼ ਗੁਰੂ ਘਰ ਦੇ ਖਿਲਾਫ ਘੜਦਾ ਹੈ, ਔਚਕ ਬਿਘਨ ਤਿਨਹੋਂ ਪਰ ਜਾਵੈ। ਉਹ ਜਿਹੜਾ ਗੁਰੂ ਘਰ ਦਾ ਬੁਰਾ ਸੋਚ ਕੇ ਆਉਂਦਾ ਰਸਤੇ 'ਚ ਹੀ ਰਹਿ ਜਾਂਦਾ। ਦੇਖੋ ਨਾ 3 ਵਾਰੀ ਔਰੰਗਜ਼ੇਬ ਨੇ ਫੌਜ ਭੇਜੀ ਸੀ, ਉਹ ਕੋਈ ਕਰਨਾਲ ਕੋਲ, ਕੋਈ ਪਾਣੀਪਤ ਕੋਲ, ਉਹਨਾਂ ਦੇ ਅਫਸਰ ਹੀ ਮਰ ਜਾਂਦੇ ਸੀ, ਉਹ ਅੱਗੇ ਪਹੁੰਚ ਹੀ ਨਹੀਂ ਸਕਦੇ। ਉਹ ਮਹਾਰਾਜ ਕੋਲ ਕੀਰਤਪੁਰ ਸਾਹਿਬ ਦਾ ਬੜੀ ਦੂਰ ਦੀ ਗੱਲ ਹੈ, ਦਿੱਲੀ ਟੱਪ ਕੇ ਹੀ ਮਰ ਜਾਂਦੇ ਸੀ। 3 ਵਾਰੀ ਹੋਇਆ। ਜਿਹੜਾ ਗੁਰੂ ਘਰ ਦਾ ਬੁਰਾ ਸੋਚ ਕੇ ਆਉਂਦਾ ਸੀ, ਸੱਤਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਤੱਕ ਅੱਪੜ ਹੀ ਨਹੀਂ ਸੀ ਸਕਦਾ। ਆਏ ਸਕਹਿ ਨਹਿ ਨਿਕਟ ਰਾਤੀ। ਵੈਰੀ ਮਹਾਰਾਜ ਦੇ ਘਰ ਦੇ ਨੇੜੇ ਨਹੀਂ ਸੀ ਆ ਸਕਦੇ। ਬਿਨ ਸਤ ਬਿਨਾ ਬਾਰ ਬਿਨ ਘਾਤੀ। ਔਰ ਬਿਨਾ ਮਾਰਿਆ ਹੀ ਮਰ ਜਾਂਦੇ ਸਨ। ਜੇ ਕੋ ਸਰ ਸੰਧੇ ਜਾਣੇ ਉੱਪਰ, ਫਿਰ ਉਲਟੋ ਤਿਸੈ ਲਗਾਵੇ ਗੋ। ਜੇ ਕੋਈ ਮਹਾਂਪੁਰਸ਼ਾਂ 'ਤੇ ਸੰਤਾਂ 'ਤੇ ਵਾਰ ਕਰਦਾ ਹੈ ਤਾਂ ਉਹ ਵਾਰ ਉਹਦੇ 'ਤੇ ਉਲਟਾ ਹੀ ਪੈ ਜਾਂਦਾ ਹੈ। ਜਾਮ ਜਾਮਨੀ ਜਾਗਨ ਕਰਹੀ। ਮਹਾਰਾਜ ਗੁਰੂ ਹਰਿਰਾਏ ਸਾਹਿਬ ਦਾ ਨਿਤਨੇਮ ਦੱਸਿਆ ਜਾ ਰਿਹਾ। ਸਤਿਗੁਰੂ ਜੀ ਸਵਾ ਪਹਿਰ ਰਾਤ ਰਹਿੰਦੀ, ਅੰਮ੍ਰਿਤ ਵੇਲੇ 3 ਵਜੇ ਤੋਂ ਪਹਿਲਾਂ ਪਹਿਲਾਂ ਉੱਠ ਪੈਂਦੇ ਹਨ। ਸੌਚ ਇਸ਼ਨਾਨ ਠਾਨ ਪਟ ਧਰਹੀ। ਫਿਰ ਸੌਚ ਇਸ਼ਨਾਨ ਕਰਕੇ ਮਹਾਰਾਜ ਜੀ ਆਪਣੇ ਬਸਤਰ ਪਹਿਨਦੇ ਹਨ। ਬੈਠੈ ਮਨ ਪਾਵੈ ਬਿਸਰਾਮ। ਤੇ ਫਿਰ ਚੌਂਕੜਾ ਲਾ ਕੇ ਮਹਾਰਾਜ ਧਿਆਨ ਵਿੱਚ ਬੈਠ ਜਾਂਦੇ ਹਨ।
ਆਤਮ ਸਰੂਪ ਆਤਮ ਧਿਆਨ ਧਾਰਣਾ। ਅਕਾਲ ਪੁਰਖ ਦੀ ਨਿਰੰਕਾਰ ਦੀ ਉਹ ਜੋਤ ਜੋ ਸਰਵ ਵਿਆਪਕ ਸਰਵ ਸ਼ਕਤੀਮਾਨ, ਉਸ ਪਰਮ ਪਿਤਾ ਪਰਮਾਤਮਾ ਦੇ ਧਿਆਨ ਵਿੱਚ ਗੁਰੂ ਹਰਿ ਸਾਹਿਬ ਜੀ ਸਮਾਧੀ ਲਾ ਲੈਂਦੇ ਹਨ। ਇਕ ਲਿਵ ਲਗ ਹੈ ਆਤਮਾ ਰਾਮ, ਆਤਮ ਰਾਮ ਰਾਮੈ ਆਤਮ ਚੀਨਸ ਗੁਰ ਵਿਚਾਰਾ। ਜਿਹੜਾ ਪਰਮੇਸ਼ਰ ਸਰਵੱਤਰ ਵਿਆਪਕ ਹੈ, ਸਭ ਦੀ ਆਪਣੀ ਆਤਮਾ ਬਣ ਕੇ ਸਾਰਿਆਂ ਦੇ ਕੋਲ ਬੈਠਾ ਹੋਇਆ ਹੈ, ਉਸ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਨਿਰੰਕਾਰ ਵਿੱਚ ਲਿਵ ਲਾ ਕੇ ਤੋਈ ਮੋਈ ਮੋਈ ਤੋਈ ਅੰਤਰ ਕੈਸਾ। ਤੇਰੇ ਵਿੱਚ ਮੇਰੇ ਵਿੱਚ, ਮੇਰੇ ਵਿੱਚ ਤੇਰੇ ਵਿੱਚ ਕੋਈ ਫਰਕ ਨਹੀਂ। ਉਹ ਜਿਹੜੀ ਅਵਸਥਾ ਹੈ ਨਾ, ਉੱਥੇ ਮਹਾਰਾਜ ਗੁਰੂ ਹਰਿ ਸਾਹਿਬ ਧਿਆਨ ਲਾ ਲੈਂਦੇ ਹਨ। ਗਗਨ ਮੰਡਲ ਮੈਂ ਧਿਆਨ ਆਨਾ, ਉੱਥੇ ਧਿਆਨ ਵਿੱਚ ਜੀਵ ਈਸ਼ ਦਾ ਕੋਈ ਵੀ ਭੇਦ ਨਹੀਂ ਰਹਿ ਜਾਂਦਾ। ਐਸੀ ਅਵਸਥਾ 'ਚ ਮਹਾਰਾਜ ਇਕਮਿਕ ਹੋ ਕੇ ਜਿਉਂ ਜਲ ਕੁੰਭ ਜਲੈ ਮੈਂ ਡਾਰਿਓ, ਜਲ ਤੇ ਭਿੰਨ ਨਾ ਹੋਈ। ਜਿਵੇਂ ਸਾਧ ਸੰਗਤ ਜੀ ਪਾਣੀ ਦਾ ਘੜਾ ਪਾਣੀ 'ਚ ਪਾ ਦਿਓ ਨਦੀ 'ਚ, ਹੁਣ ਨਦੀ ਰੂਪ ਹੀ ਹੋ ਗਿਆ, ਵਾਪਸ ਉਹ ਪਾਣੀ ਘੜੇ 'ਚ ਨਹੀਂ ਆ ਸਕਦਾ ਜਿਹੜਾ ਨਦੀ 'ਚ ਰਲ ਗਿਆ ਹੈ। ਇਸੇ ਤਰ੍ਹਾਂ ਬੂੰਦ ਸਾਗਰ ਵਿੱਚ ਰਲ ਕੇ ਸਾਗਰ ਰੂਪ ਹੀ ਹੋ ਜਾਂਦੀ ਹੈ। ਬ੍ਰਹਮ ਗਿਆਨੀ ਦੀ ਸੁਰਤ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਨਾਲ ਧਿਆਨ ਜੋੜਦਾ ਹੈ, ਉਹਦਾ ਤੇ ਪਰਮੇਸ਼ਰ ਦਾ ਕੋਈ ਫਰਕ ਨਹੀਂ ਰਹਿ ਜਾਂਦਾ। ਹਰਾਮ ਸੰਤ ਮੈਂ ਭੇਦ ਕਿਛ ਨਾਹੀ। ਐਸੀ ਅਵਸਥਾ 'ਚ ਮਹਾਰਾਜ ਸਾਹਿਬ ਜੀ ਸਤਿਗੁਰੂ ਹਰਿ ਸਾਹਿਬ ਜੀ ਬੈਠਦੇ ਹਨ। ਰਾਗ ਦਵੈਸ਼ ਦਵੈਤ ਨਾ ਜਹ ਲੇਸ਼। ਉਸ ਅਵਸਥਾ ਵਿੱਚ ਨਾ ਰਾਗ ਹੈ ਨਾ ਦਵੈਸ਼ ਹੈ, ਨਾ ਉੱਥੇ ਕਿਸੇ ਪ੍ਰਕਾਰ ਦੀ ਦਵੈਤ ਭਾਵਨਾ। ਦੂਜਾ ਤਾਂ ਰਹਿੰਦਾ ਹੀ ਕੋਈ ਨਹੀਂ। ਦੂਜਾ ਹੋਏ ਸੋ ਅਵਰੋ ਕਹੀ ਹੈ। ਦੂਜਾ ਹੋਵੇ ਤਾਂ ਕਹੀਏ ਨਾ ਵੀ ਇਹ ਹੋਰ ਹੈ, ਹੋਰ ਕੋਈ ਹੈ ਹੀ ਨਹੀਂ। ਆਪੇ ਆਪ ਸਰਬ ਮੈਂ ਆਪ, ਆਪ ਹੀ ਬਣ ਜਾਂਦੇ ਸਤਿਗੁਰੂ ਪਰਮੇਸ਼ਰ ਦੇ ਨਾਲ ਇਕਮਿਕ ਹੋ ਜਾਂਦੇ ਹਨ। ਇੱਕ ਅਸ਼ੇਸ਼ ਮਹਿ ਨਹਿ ਨਾ ਕਲੇਸ਼। ਜਿੱਥੇ ਸਾਧ ਸੰਗਤ ਜੀ ਇੱਕ ਹੀ ਰਹਿ ਜਾਂਦਾ, ਜਿੱਥੇ ਦੂਸਰਾ ਕੋਈ ਨਹੀਂ ਰਹਿੰਦਾ। ਦੂਸਰਾ ਹੋਵੇ ਤੇ ਕਲੇਸ਼ ਹੁੰਦਾ ਹੈ, ਇੱਕ ਦੇ ਵਿੱਚ ਕਲੇਸ਼ ਨਹੀਂ ਹੁੰਦਾ। 5 ਪ੍ਰਕਾਰ ਦਾ ਕਲੇਸ਼ ਹੈ ਜਿਹੜਾ ਉਸ ਅਵਸਥਾ 'ਚ ਜਾ ਕੇ ਖਤਮ ਹੋ ਜਾਂਦਾ, ਨਹੀਂ ਰਹਿੰਦਾ। ਐਸੀ ਜੋ ਸਜਾਤੀ ਬਜਾਤੀ ਸਵੈਗਤ ਭੇਦ ਰਹਿਤ ਅਵਸਥਾ ਹੈ, ਉਹਦੇ ਵਿੱਚ ਮਹਾਰਾਜ ਸ੍ਰੀ ਗੁਰੂ ਹਰਿ ਸਾਹਿਬ ਜੀ ਬਿਰਾਜ ਜਾਂਦੇ ਹਨ। ਅੰਮ੍ਰਿਤ ਵੇਲੇ ਆਵਹਿ ਬ੍ਰਿੰਦ ਰਬਾਬੀ ਪਾਸੇ। ਬਹੁਤ ਸਾਰੇ ਰਬਾਬੀ ਮਹਾਰਾਜ ਸਾਹਿਬ ਜੀ ਦੇ ਕੋਲ ਆਉਂਦੇ ਹਨ। ਆਸਾ ਵਾਰ ਸੋ ਰਾਗ ਪ੍ਰਕਾਸ਼ੇ। ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੰਦੇ ਹਨ। ਜਿਮ ਅੰਮ੍ਰਿਤ ਕੀ ਬਰਖਾ ਹੋਏ। ਏਦਾਂ ਲੱਗਦਾ ਜਿਵੇਂ ਅੰਮ੍ਰਿਤ ਵਸ ਰਿਹਾ ਹੋਵੇ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਅੰਮ੍ਰਿਤ ਵੇਲੇ ਇਉਂ ਹੁੰਦਾ ਜਿਵੇਂ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ। ਸੁਨਹਿ ਪ੍ਰੀਤ ਵਡ ਭਾਗੀ ਜੋਏ। ਕਹਿੰਦੇ ਵੱਡੇ ਭਾਗਾਂ ਵਾਲੇ ਪ੍ਰੇਮ ਨਾਲ, ਜਿਨ੍ਹਾਂ ਦੇ ਭਾਗ ਬਾਹਲੇ ਹੀ ਚੰਗੇ ਨੇ, ਉਹ ਮਹਾਰਾਜ ਦੀ ਗੁਰੂ ਹਰਿ ਸਾਹਿਬ ਜੀ ਦੀ ਹਾਜ਼ਰੀ 'ਚ ਹਾਜ਼ਰ ਹੋ ਕੇ ਕੀਰਤਨ ਆਸਾ ਦੀ ਵਾਰ ਦਾ ਸੁਣਦੇ ਹਨ। ਹੋਏ ਪ੍ਰਕਾਸ਼ ਭੋਗ ਜਬ ਪਰੈ। ਜਦੋਂ ਸੂਰਜ ਦੀ ਪਹਿਲੀ ਕਿਰਨ ਧਰਤੀ ਤੇ ਪੈਂਦੀ ਅੰਮ੍ਰਿਤ ਵੇਲੇ, ਮਰਜ਼ਾਦਾ ਹੈ ਉਸ ਵੇਲੇ ਆਸਾ ਦੀ ਵਾਰ ਦਾ ਭੋਗ ਪੈਂਦਾ। ਅੱਜ ਕੱਲ੍ਹ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਤਰਨਤਾਰਨ ਸਾਹਿਬ, ਸ੍ਰੀ ਪਟਨਾ ਸਾਹਿਬ, ਹਜ਼ੂਰ ਸਾਹਿਬ ਇਹ ਮਰਜ਼ਾਦਾ ਕਾਇਮ ਹੈ। ਬਾਕੀ ਗੁਰੂ ਘਰਾਂ ਵਿੱਚ ਆਪਾਂ ਸਾਰਿਆਂ ਨੇ ਥੋੜ੍ਹੀ ਥੋੜ੍ਹੀ ਮਰਿਆਦਾ ਚੇਂਜ ਕਰਤੀ, ਕਿਉਂਕਿ ਖਾਲਸਾ ਅੱਜ ਕੱਲ੍ਹ ਸੂਰਜਮੁਖੀ ਹੋ ਗਿਆ ਹੈ। ਜਦੋਂ ਸੂਰਜ ਚੜ੍ਹਦਾ ਉਦੋਂ ਆਪਾਂ ਉੱਠ ਕੇ ਇਸ਼ਨਾਨ ਕਰਦੇ। ਪਰ ਪੁਰਾਤਨ ਮਰਿਆਦਾ ਇਹ ਹੈ ਵੀ ਜਦੋਂ ਆਸਾ ਦੀ ਦਾ ਭੋਗ ਉਦੋਂ ਪੈਣਾ ਜਦੋਂ ਸੂਰਜ ਦੀ ਪਿੱਕੀ ਨਿਕਲਣੀ ਹੈ। ਪਹਿਲੀ ਕਿਰਨ ਧਰਤੀ 'ਤੇ ਸੂਰਜ ਦੀ ਪਵੇ, ਆਸਾ ਦੀ ਵਾਰ ਦਾ ਭੋਗ ਪੈ ਜਾਵੇ। ਅਤੇ ਕਈ ਵਾਰੀ ਤਾਂ ਹੁਣ ਅਸੀਂ ਬਹੁਤ ਲੰਮੀ ਕਰ ਲੈਂਦੇ ਹਾਂ, ਪਰ ਇਹ ਮਰਿਆਦਾ ਦੇ ਉਲਟ ਹੈ। ਮਰਿਆਦਾ ਇਹੀ ਹੈ ਵੀ ਦਿਨ ਚੜ੍ਹੇ ਤੋਂ ਪਹਿਲਾਂ ਸੂਰਜ ਚੜ੍ਹਨ ਦੇ ਨਾਲ ਨਾਲ ਸਮਾਪਤੀ ਹੁੰਦੀ। ਹਰਿਮੰਦਰ ਸਾਹਿਬ ਇਹੀ ਮਰਿਆਦਾ, ਹਜ਼ੂਰ ਸਾਹਿਬ ਇਹੀ ਮਰਿਆਦਾ। ਬਾਕੀ ਗੁਰਦੁਆਰਿਆਂ 'ਚ ਆਪਾਂ ਲੇਟ ਕਰਦੇ ਹਾਂ। ਸੋ ਗੁਰੂ ਸਾਹਿਬ ਜੀ ਕੀਰਤਨ ਸੁਣਦੇ ਰਹਿੰਦੇ ਆ, ਰਬਾਬੀ ਕੀਰਤਨ ਕਰਦੇ ਆ। ਜਿਹੜੇ ਸਵੇਰ ਦੇ ਰਾਗ ਹਨ, ਉਹਨਾਂ ਰਾਗਾਂ ਦਾ, ਆਸਾ ਦੀ ਵਾਰ ਦਾ, ਭੈਰੋਂ ਆਦਿਕ, ਭੈਰਵੀਂ ਆਦਿਕ ਰਾਗ ਜਿਹੜੇ ਹਨ ਉਹ ਸਵੇਰ ਦੇ ਅੰਮ੍ਰਿਤ ਵੇਲੇ ਦੇ ਉਹ ਗਾਏ ਜਾਂਦੇ। ਅਤੇ ਉਸ ਤੋਂ ਬਾਅਦ ਫਿਰ
ਸੂਰਜ ਚੜ੍ਹੇ ਨਾਲ ਭੋਗ ਪੈਂਦਾ ਹੈ। ਆਸਾ ਦੀ ਵਾਰ ਜੀ ਦਾ ਭਾਟ ਨਕੀਬ ਸੋ ਜਸ ਕੋ ਕਰੈ। ਮਹਾਰਾਜ ਦੇ ਭੱਟ ਆ ਜਾਂਦੇ ਨੇ, ਉਹ ਭੱਟ ਸਵਈਏ ਪੜ੍ਹਦੇ ਨੇ, ਗੁਰੂ ਘਰ ਦਾ ਜਸ ਗਾਇਨ ਕਰਦੇ ਨੇ। ਘਸ ਚੰਦਨ ਕੋ ਕੇਸਰ ਸਾਥ। ਕੇਸਰ ਦਾ ਚੰਦਨ ਇਕੱਠਾ ਕਰਕੇ ਉਹਨੂੰ ਰਗੜਦੇ ਨੇ। ਪੱਥਰ ਚੰਦਨ ਰਗੜੀਐ, ਪੱਥਰ ਚੰਦਨ ਹੋਏ ਨਾ ਜਾਵੇ। ਕੇਸਰ ਤੇ ਚੰਦਨ ਨੂੰ ਪੱਥਰ ਦੇ ਉੱਤੇ, ਉਰਸੇ ਦੇ ਉੱਤੇ ਘਸਾਉਂਦੇ ਹਨ। ਆਨਹਿ ਦਾਸ ਧਰੇ ਜੁਗ ਹਾਥ। ਉਹਨੂੰ ਚਾਂਦੀ ਦੀ ਜਾਂ ਸੋਨੇ ਦੀ ਕਟੋਰੀ ਦੇ ਵਿੱਚ ਤਿਲਕ ਤਿਆਰ ਕਰਕੇ ਮਹਾਰਾਜ ਕੋਲ ਲੈ ਕੇ ਸੇਵਾਦਾਰ ਆਉਂਦਾ ਹੈ। ਸੁਬਹਿ ਗੁਰਮੁਖੀ ਦੀਰਘਨੀਕਾ। ਉਸ ਵੇਲੇ ਗੁਰਮੁਖੀ ਟਿੱਕਾ ਜਿਸ ਨੂੰ ਕਹਿੰਦੇ ਸੀ। ਹੁਣ ਤੇ ਕੋਈ ਗੁਰਸਿੱਖ ਤਿਲਕ ਲਾ ਲਵੇ ਨਾ ਤੇ ਬੜਾ ਵੱਡਾ ਵਿਵਾਦ ਛੇੜ ਲੈਂਦੇ ਆ। ਆਖੇ ਜੀ ਇਹ ਤੇ RSS ਵਾਲੇ ਬੰਦੇ ਜਿਹੜੇ ਟਿੱਕਾ ਲਾਈ ਫਿਰਦੇ ਆ। ਪਰ ਇਹਨਾਂ ਨੂੰ ਕੋਈ ਪੁੱਛੇ ਵੀ 500 ਸਾਲ ਪਹਿਲਾਂ ਕਿਹੜੀ RSS ਜੰਮੀ ਸੀ। ਹਰ ਗੱਲ ਨੂੰ ਚੁੱਕ ਕੇ ਬਾਹਮਣਾਂ ਦੇ ਮੱਥੇ ਮੜ ਦਿੰਦੇ ਅਸੀਂ। ਨਹੀਂ, ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹ ਲਓ, ਉਹਦੇ 'ਚ ਭਾਈ ਸਾਹਿਬ ਨੇ ਲਿਖਿਆ ਹੈ, ਮੱਥੇ ਟਿੱਕੇ ਲਾਲ ਲਾਏ ਸਾਧ ਸੰਗਤ ਚੱਲ ਜਾਏ ਬਹੰਦੇ। ਕਵਿਤ ਸਵਈਆਂ ਵਿੱਚ ਵੀ ਭਾਈ ਸਾਹਿਬ ਨੇ ਤਿਲਕ ਦਾ ਜ਼ਿਕਰ ਕੀਤਾ ਹੈ। ਔਰ 10ਵੇਂ ਪਾਤਸ਼ਾਹ ਤੱਕ ਤਿਲਕ ਲਾਉਣ ਦੀ ਮਰਜ਼ਾਦਾ ਰਹੀ ਹੈ। ਅੱਜ ਵੀ ਹਜ਼ੂਰ ਸਾਹਿਬ ਤਖਤ 'ਤੇ ਉਹ ਮਰਜ਼ਾਦਾ ਕਾਇਮ ਹੈ, ਬਾਕੀ ਸਾਰਿਆਂ ਨੇ ਛੱਡ ਦਿੱਤੀ ਹੈ। ਸੋ ਮਹਾਰਾਜ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਮੱਥੇ 'ਤੇ ਕੇਸਰ ਤੇ ਚੰਦਨ ਦਾ ਤਿਲਕ ਲਾਇਆ ਸੀ। ਉੱਥੋਂ ਇਹ ਮਰਜ਼ਾਦਾ ਸ਼ੁਰੂ ਹੋਈ ਸੀ। 10ਵੇਂ ਪਾਤਸ਼ਾਹ ਨੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੱਤੀ, ਉਦੋਂ ਗੁਰਿਆਈ ਦਾ ਤਿਲਕ ਲਾਇਆ ਸੀ। ਸੋ ਸਤਿਗੁਰੂ ਜੀ ਦੇ ਕੋਲ ਗੁਰਸਿੱਖ ਚੰਦਨ ਤੇ ਕੇਸਰ। ਸਾਧ ਸੰਗਤ ਜੀ, ਸਾਡੀਆਂ ਬਹੁਤੀਆਂ ਮਰਜ਼ਾਦਾ ਤੇ ਇਸ ਕਰਕੇ ਖਤਮ ਹੋ ਗਈਆਂ ਬਈ ਕਹਿੰਦੇ ਜਦੋਂ ਘਰ 'ਚ ਮੁੱਕ ਗਏ ਦਾਣੇ ਬਣ ਗਏ ਸਿੰਘ ਸਭੀਏ। ਜਦੋਂ ਘਰ 'ਚ ਆਟਾ ਨਾ ਹੋਵੇ ਤੇ ਉਦੋਂ ਅਸੀਂ ਕਹਿੰਦੇ ਹਾਂ ਮਰਜ਼ਾਦਾ ਬਣਾਓ। ਕੇਸਰ ਚੰਦਨ ਮਹਿੰਗਾ ਸੌਦਾ ਹੈ ਤੇ ਉਹ ਅਸੀਂ ਵਰਤ ਨਹੀਂ ਸਕਦੇ ਤੇ ਮਰਜ਼ਾਦਾ ਦੇ ਉਲਟ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ। ਇਹ ਜੀ ਬਾਹਮਣਾਂ ਨੇ ਲਿਖਿਆ ਹੋਇਆ। ਬਾਹਮਣਾਂ ਦਾ ਹੋਵੇਗਾ। ਹੁਣ ਬਾਹਮਣ ਮੂੰਹ ਨਾਲ ਰੋਟੀ ਖਾਂਦੇ ਆ ਤੇ ਅਸੀਂ ਛੱਡ ਦੇਣੀ ਹੈ, ਉਹਨਾਂ ਦਾ ਉਹ ਜਾਣਨ। ਪਰ ਸਾਨੂੰ ਜੋ ਸਤਿਗੁਰੂ ਜੀ ਨੇ ਰੀਤੀ ਰਿਵਾਜ ਮਰਜ਼ਾਦਾ ਬਣਾ ਕੇ ਦਿੱਤੀ ਹੈ, ਉਹ ਭਾਈ ਗੁਰਦਾਸ ਜੀ ਦੀ ਬਾਣੀ 'ਚ ਲਿਖੀ ਹੋਈ ਹੈ, ਸਾਡੇ ਪੁਰਾਤਨ ਗ੍ਰੰਥਾਂ 'ਚ ਵੀ ਲਿਖੀ ਹੋਈ ਹੈ। ਇਸ ਕਰਕੇ ਸ਼ੰਕਾ ਨਹੀਂ ਕਰਨਾ। ਸਤਿਗੁਰੂ ਸਾਹਿਬ ਜੀ ਦੇ ਵਾਸਤੇ ਗੁਰੂ ਕਾ ਸਿੱਖ ਚੰਦਨ ਕੇਸਰ ਰਗੜ ਕੇ ਤਿਲਕ ਲੈ ਕੇ ਆਇਆ ਹੈ। ਨਿਜ ਕਰ ਸੰਗ ਨਿਕਾਸਹਿ ਟੀਕਾ। ਮਹਾਰਾਜ ਦੇ ਮੱਥੇ ਤੇ ਰੋਜ਼ ਕੇਸਰ ਦਾ ਚੰਦਨ ਦਾ ਟਿੱਕਾ ਤਿਲਕ ਲੱਗਦਾ ਹੈ। ਦਰਸਹਿ ਵਿੱਚ ਆਦਰਸ਼ ਬਦਨ ਕੋ। ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਸੀਸ ਦੇ ਉੱਤੇ ਜਦੋਂ ਤਿਲਕ ਲੱਗਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦਸਤਾਰ ਸਜਾ ਕੇ ਆਪਣਾ ਪਾਵਨ ਮੁਖਾਰਬਿੰਦ ਜਦੋਂ ਵੇਖਦੇ ਹਨ। ਸ਼ੋਭਤ ਸੁੰਦਰ ਦੁਤੀ ਸਦਨ ਕੋ। ਉਸ ਵੇਲੇ ਸੋਭਾ ਕਹੀ ਨਹੀਂ ਜਾ ਸਕਦੀ। ਮੇਰੇ ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰੇ ਅਪਾਰੋ ਰਾਮ ਰਾਜੇ। ਉਸ ਵੇਲੇ ਜਿਹੜਾ ਵੀ ਮਹਾਰਾਜ ਦੇ ਦਰਸ਼ਨ ਕਰਦਾ ਹੈ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕਰਕੇ ਮੰਤਰ ਮੁਗਧ ਹੋ ਜਾਂਦਾ ਹੈ। ਬਾਰੰਬਾਰ ਸ਼ਮਸ ਪਰ ਹਾਥ। ਬਾਰ-ਬਾਰ ਆਪਣੇ ਸੁੰਦਰ ਦਾੜੇ ਤੇ ਸਤਿਗੁਰੂ ਜੀ ਹੱਥ ਫੇਰਦੇ ਹਨ। ਫੇਰਤ ਕਰਹਿ ਸੁਧਾਰਨ ਨਾਥ। ਆਪਣੇ ਸੁੰਦਰ ਦਾੜੇ ਨੂੰ ਹੱਥ ਫੇਰ ਕੇ ਸੁਧਾਰ ਕੇ ਸਤਿਗੁਰੂ ਜੀ ਬੈਠਦੇ ਹਨ। ਸਭਾ ਸਥਾਨ ਬਹੁਰ ਚੱਲ ਆਵੈ। ਫਿਰ ਦੀਵਾਨ ਹਾਲ ਵਿੱਚ ਆ ਜਾਂਦੇ ਨੇ, ਜਿੱਥੇ ਦੀਵਾਨ ਲਾਣਾ ਹੁੰਦਾ। ਆਪਣੇ ਤਖਤ ਤੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ। ਸਕਲ ਸਮਾਜ ਦੇਖ ਸੁਖ ਪਾਵੈ। ਉੱਥੇ ਬੈਠ ਕੇ ਆਪਣੀਆਂ ਸੰਗਤਾਂ ਨੂੰ, ਆਪਣੀਆਂ ਫੌਜਾਂ ਨੂੰ ਮਿਲਦੇ ਹਨ। ਸਭ ਕੁਝ ਨਿਗਾਹ ਥੱਲੇ ਲਿਆਉਂਦੇ ਹਨ ਤੇ ਬੜੇ ਪ੍ਰਸੰਨ ਹੁੰਦੇ ਹਨ। ਸਤਿਗੁਰੂ ਜੀ ਚਾਹੋਂ ਦਿਸ ਤੇ ਬੰਧਨ ਗਨ ਹੋਵੈ। ਚਾਰੇ ਪਾਸਿਓਂ ਹਜ਼ਾਰਾਂ ਸੰਗਤਾਂ ਹੱਥ ਜੋੜ ਜੋੜ ਕੇ ਨਮਸਕਾਰਾਂ ਕਰਦੀਆਂ, ਚਰਨਾਂ ਵਿੱਚ ਮੱਥੇ ਟੇਕਦੀਆਂ ਹਨ। ਜਿਤ ਦਿਸ ਪਿਖੈ ਤਾਪ ਤਰੈ ਖੋਵੈ। ਜਿੱਧਰ ਗੁਰੂ ਹਰਿਰਾਏ ਸਾਹਿਬ ਜੀ ਮਿਹਰ ਦੀ ਨਿਗਾਹ ਫੇਰ ਦਿੰਦੇ ਹਨ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਤਿੰਨੇ ਹੀ ਤਾਪਾਂ ਦਾ, ਆਦੀਆਂ ਵਿਆਧੀਆਂ ਉਪਾਧੀਆਂ ਦਾ ਨਾਸ ਕਰ ਦਿੰਦੇ ਹਨ। ਹੋਤ ਬਿਲਾਵਲ ਚੌਂਕੀ ਫੇਰ। ਫਿਰ ਬਿਲਾਵਲ ਦੀ ਚੌਂਕੀ, ਚਰਨ ਕਮਲ ਦੀ ਚੌਂਕੀ ਦਾ ਟਾਈਮ ਹੋ ਜਾਂਦਾ ਹੈ। ਅੱਜ ਕੱਲ੍ਹ ਵੀ ਸ੍ਰੀ ਹਰਿਮੰਦਰ ਸਾਹਿਬ ਵਿਖੇ
ਜਿਹੜੀ ਬਿਲਾਵਲ ਦੀ ਚੌਂਕੀ ਜਾਂ ਚਰਨ ਕਮਲ ਦੀ ਚੌਂਕੀ ਕਹਿੰਦੇ ਆ, ਤੇ ਉਹ ਬਿਲਾਵਲ ਦੀ ਚੌਂਕੀ ਫਿਰ ਲੱਗਦੀ ਹੈ। ਬਜਤ ਮਿਰਦੰਗ ਰਬਾਬ ਵਡੇਰ, ਰਬਾਬਾਂ ਵੱਜਦੀਆਂ ਨੇ, ਮਿਰਦੰਗ ਵੱਜਦੇ ਨੇ, ਰਬਾਬੀ ਬਿਲਾਵਲ ਰਾਗ ਦਾ ਗਾਇਨ ਕਰਦੇ ਨੇ। ਸਭਾ ਲਗੀ ਸਭ ਸ਼ਬਦ ਸੁਨੰਤੇ, ਸਭਾ ਲੱਗ ਜਾਂਦੀ ਹੈ ਤੇ ਰਬਾਬੀ ਬਿਲਾਵਲ ਵਿੱਚ ਕੀਰਤਨ ਕਰਦੇ ਨੇ। ਬੜਾ ਹੀ ਆਨੰਦ। ਬਿਲਾਵਲ ਖੁਸ਼ੀ ਦਾ ਰਾਗ ਹੈ, ਬਿਲਾਵਲ ਨਾਮ ਖੁਸ਼ੀ ਦਾ ਹੀ ਹੈ। ਤੇ ਉਸ ਵੇਲੇ ਜਦੋਂ ਕੀਰਤਨ ਬਿਲਾਵਲ ਰਾਗ ਵਿੱਚ ਹੁੰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਸਭਾ 'ਚ ਜਿੰਨੀਆਂ ਵੀ ਸੰਗਤਾਂ ਜੁੜੀਆਂ ਹੁੰਦੀਆਂ, ਉਹਨਾਂ ਦੇ ਮਨਾਂ ਵਿੱਚ ਖੁਸ਼ੀ, ਉਤਸ਼ਾਹ, ਵਿਗਾਸ, ਆਨੰਦ ਦਾ ਖੇੜਾ ਭਰ ਜਾਂਦਾ ਹੈ। ਬਿਮਲ ਆਤਮਾ ਹਵੈ ਮਤਵੰਤੇ, ਜਿਉਂ-ਜਿਉਂ ਕੀਰਤਨ ਸੁਣਦੇ ਹਨ ਗੁਰੂ ਕੇ ਪਿਆਰੇ, ਆਤਮਾ ਸ਼ੁੱਧ ਹੋਈ ਜਾਂਦੀ ਹੈ। ਨਿਰਮਲ ਹੈ ਤਾਂ ਆਤਮਾ ਸ਼ੁੱਧ ਹੀ, ਪਰ ਜਿਹੜੀ ਰਾਗ ਦਵੈਸ਼ ਦੀ ਮੈਲ ਮਨ ਨੂੰ ਲੱਗੀ ਹੋਈ ਹੈ ਨਾ, ਉਹ ਆਤਮਾ 'ਚ ਦਿਸਦੀ ਹੈ ਸਾਨੂੰ। ਗੁਰਬਾਣੀ ਸੁਣ ਸੁਣ ਕੇ ਕਥਾ ਸੁਣਤ ਮਲ ਸਗਲੀ ਖੋਵੈ, ਉਹ ਮੈਲ ਉਤਰਦੀ ਜਾਂਦੀ ਹੈ ਤੇ ਜਿਹੜਾ ਭਾਂਡਾ ਸਾਫ਼ ਹੋ ਜਾਂਦਾ ਹੈ। ਜਿਵੇਂ ਸਾਧ ਸੰਗਤ ਜੀ ਖੂਹ 'ਚ ਪਾਣੀ ਹੁੰਦਾ, ਉੱਤੇ ਕਾਈ ਜੰਮ ਜਾਵੇ, ਸਿਆਣੇ ਪੁਰਸ਼ ਕਾਈ ਪਰੇ ਹਟਾ ਕੇ ਥੱਲਿਓਂ ਪਾਣੀ ਪੀ ਲੈਂਦੇ, ਕੱਢ ਲੈਂਦੇ ਆ। ਇੱਦਾਂ ਸਾਡੀ ਆਤਮਾ ਰੂਪੀ ਜਲ ਦੇ ਉੱਤੇ ਮਨ ਦੀ ਕਾਈ ਜੰਮ ਗਈ ਹੈ, ਵਿਕਾਰਾਂ ਦੀ ਕਾਈ ਜੰਮ ਗਈ ਹੈ। ਜਦੋਂ ਕੀਰਤਨ ਸੁਣਦੇ ਹਾਂ, ਸਿਮਰਨ ਕਰਦੇ ਹਾਂ, ਉਹ ਜਿਹੜੀ ਕਾਈ ਉੱਤੋਂ ਉਤਰ ਜਾਂਦੀ ਹੈ। ਆਤਮਾ ਨਿਰਮਲ ਰੂਪ ਹੋ ਕੇ ਝਲਕਾਂ ਮਾਰਦੀ ਹੈ, ਪ੍ਰਤੱਖ ਦਰਸ਼ਨ ਹੁੰਦੇ ਹਨ। ਕੇਚਤ ਗਿਆਨ ਵਾਰਤਾ ਬੂਝਹਿ, ਕਈ ਜਗਿਆਸੂ ਐਸੇ ਹਨ ਜਿਹੜੇ ਸਤਿਗੁਰੂ ਜੀ ਕੋਲੋਂ ਬ੍ਰਹਮ ਗਿਆਨ ਦੀ ਵਾਰਤਾ ਪੁੱਛਦੇ ਹਨ। ਉਪਦੇਸ਼ਹਿ ਤਿਸ ਆਤਮ ਸੂਝਹਿ, ਉਹਨਾਂ ਦੇ ਅਧਿਕਾਰ ਮੁਤਾਬਕ, ਕਿਉਂਕਿ ਹਰ ਬੰਦਾ ਹਰ ਗੱਲ ਦਾ ਅਧਿਕਾਰੀ ਨਹੀਂ ਹੁੰਦਾ। ਗੁਰੂ ਘਰ ਜਾਣ ਵਾਲਿਆਂ ਦੀ ਸਾਰਿਆਂ ਦੀ ਅਵਸਥਾ ਇੱਕੋ ਜਿਹੀ ਨਹੀਂ ਹੁੰਦੀ। ਕੋਈ ਤਾਂ ਹੁੰਦੇ ਆ ਕਰਮ ਦੇ ਅਧਿਕਾਰੀ, ਉਹਨਾਂ ਨੂੰ ਸੇਵਾ ਵਿੱਚ ਲਾਈਦਾ ਹੈ। ਕੁਝ ਹੁੰਦੇ ਉਪਾਸਨਾ ਭਗਤੀ ਦੇ, ਉਹਨਾਂ ਨੂੰ ਕੀਰਤਨ ਕਥਾ ਸੁਣਨ ਲਾਈਦਾ ਹੈ, ਨਾਮ ਜਪਣ ਲਾਈਦਾ ਹੈ। ਕੁਝ ਹੁੰਦੇ ਆਤਮ ਗਿਆਨ ਦੇ ਅਧਿਕਾਰੀ, ਜਿਨ੍ਹਾਂ ਨੂੰ ਗੁਰੂ ਸਾਹਿਬ ਸਿੱਧਾ ਹੀ ਡਾਇਰੈਕਟ ਆਤਮ ਗਿਆਨ ਦਾ ਉਪਦੇਸ਼ ਦਿੰਦੇ ਹਨ। ਜੈਸੀ ਜੈਸੀ ਜਗਿਆਸੂਆਂ ਦੀ ਅਵਸਥਾ ਹੁੰਦੀ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਵੈਸੇ ਵੈਸਾ ਉਪਦੇਸ਼ ਦਿੰਦੇ ਹਨ। ਕੇਚਤ ਸੇਵਾ ਕਰਹਿ ਵਿਸਾਲਾ, ਕਈ ਮਹਾਰਾਜ ਦੀ ਬੜੇ ਪ੍ਰੇਮ ਨਾਲ ਸੇਵਾ ਕਰਦੇ ਹਨ। ਹੋਏ ਪ੍ਰਸੰਨ ਕਟਹਿ ਜਮ ਜਾਲਾ, ਤੇ ਮਹਾਰਾਜ ਉਹਨਾਂ ਤੇ ਪ੍ਰਸੰਨ ਹੋ ਕੇ ਉਹਨਾਂ ਦੇ ਜਨਮ ਮਰਨ ਕੱਟ ਦਿੰਦੇ ਹਨ। ਕੇਚਤ ਕਰਹਿ ਭਗਤ ਅਬਰਾਮੂ, ਕਈ ਭਗਤੀ ਕਰਦੇ ਨੇ। ਕਈ ਤਾਂ ਸਾਧ ਸੰਗਤ ਜੀ ਕਰਮ ਦੇ ਅਧਿਕਾਰੀ ਨੇ, ਕਰਮ ਹੀ ਕਰ ਸਕਦੇ ਨੇ, ਕਿਉਂਕਿ ਲੈਵਲ ਸੁਰਤੀ ਦਾ ਤ੍ਰੈ ਗੁਣੀ ਹੈ, ਮਾਇਆ ਵੀ ਤ੍ਰੈ ਗੁਣੀ ਹੈ, ਸਾਡਾ ਜੀਵ ਦਾ ਜਿਹੜਾ ਢਾਂਚਾ ਬਣਿਆ ਹੋਇਆ ਇਹ ਵੀ ਤ੍ਰੈ ਗੁਣੀ ਹੈ। ਜਾਗਰਤ ਸੁਪਨ ਸੁਖੋਪਤੀ, ਤਿੰਨ ਹੀ ਅਵਸਥਾ ਨੇ ਜੀਵ ਦੀਆਂ। ਜਾਗਦੇ ਹਾਂ ਜਾਂ ਸੁਪਨਾ ਦੇਖਦੇ ਹਾਂ ਜਾਂ ਗੂੜੀ ਨੀਂਦ ਵਿੱਚ ਚਲੇ ਜਾਂਦੇ ਹਾਂ। ਜਾਗਣਾ ਸਤੋ ਗੁਣੀ ਹੈ, ਸੁਪਨਾ ਰਜੋ ਗੁਣੀ ਹੈ, ਗੂੜੀ ਨੀਂਦ ਤਮੋ ਗੁਣੀ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜੀਵਾਂ ਦੀ ਅਵਸਥਾ, ਜਿਹੜੇ ਤਮੋਗੁਣੀ ਬਿਰਤੀ ਵਾਲੇ ਹਨ, ਤਮ ਗੁਣ ਪ੍ਰਧਾਨ ਹੈ, ਉਹ ਕਰਮ ਕਰ ਸਕਦੇ ਹਨ। ਸ਼ੁਭ ਮਾੜੇ ਕਰਮਾਂ ਤੋਂ ਹਟਾ ਕੇ ਚੰਗੇ ਕਰਮਾਂ 'ਚ ਲਾ ਦੇਣਾ। ਸੇਵਾ ਕਰ ਭਾਈ, ਭਾਂਡੇ ਮਾਂਜ, ਝਾੜੂ ਫੇਰ, ਗੁਰਦੁਆਰੇ ਆ ਕੇ ਗੁਰੂ ਘਰ ਦੇ ਕੰਮ ਕਰ, ਪਰਉਪਕਾਰ ਕਰ, ਗਰੀਬਾਂ ਦੀ ਮਦਦ ਕਰ। ਉਹ ਜਿਹੜੇ ਹੱਥਾਂ ਨਾਲ ਜਾਂ ਮਨ ਕਰਕੇ ਤਨ ਕਰਕੇ ਕੋਈ ਸੇਵਾ ਕਰਦਾ, ਉਹਨੂੰ ਕਹਿੰਦੇ ਕਰਮ, ਸ਼ੁਭ ਕਰਮ। ਰੋਜ਼ ਪੜ੍ਹਦੇ ਹਾਂ, ਸ਼ੁਭ ਕਰਮਣ ਤੇ ਕਬਹੂ ਨਾ ਟਰੋਂ, ਚੰਗੇ ਕੰਮ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਸੋ ਜਿਹੜੇ ਕਰਮ ਦੇ ਅਧਿਕਾਰੀ, ਉਹਨਾਂ ਨੂੰ ਕਰਮਾਂ 'ਚ ਲਾ ਦਿੰਦੇ। ਜਿਹੜੇ ਭਾਵਨਾ ਪ੍ਰਧਾਨ ਬੰਦੇ ਹਨ, ਉਹਨਾਂ ਨੂੰ ਭਗਤੀ 'ਚ ਲਾ ਦਿੰਦੇ ਮਹਾਰਾਜ। ਜਿਹੜੇ ਤਰਕ ਪ੍ਰਧਾਨ ਬੰਦੇ ਹਨ, ਉਹਨਾਂ ਨੂੰ ਗਿਆਨ ਦੇ ਨਾਲ ਸਤੋਗੁਣੀ ਬਿਰਤੀ ਕਰਕੇ ਪਾਰ ਬ੍ਰਹਮ ਪਰਮੇਸ਼ਰ ਨਾਲ ਮਿਲਾ ਦਿੰਦੇ। ਗੱਲ ਸਾਰੀ ਉੱਥੇ ਪਹੁੰਚਣਾ ਉੱਥੇ ਹੀ ਹੈ ਸਾਰਿਆਂ ਨੇ। ਕਿਸੇ ਨੇ ਕਿਸੇ ਰਸਤੇ ਥਾਣੀ ਤੁਰਨਾ, ਕਿਸੇ ਨੇ ਕਰਮ ਦੇ, ਕਿਸੇ ਨੇ ਉਪਾਸਨਾ ਦੇ, ਕਿਸੇ ਨੇ ਗਿਆਨ ਦੇ। ਹਾਂਜੀ। ਉਪਦੇਸ਼ਤ ਗੁਰ ਤਿੰਨ ਸਤਨਾਮੂ, ਮਹਾਰਾਜ ਉਹਨਾਂ ਨੂੰ ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਦਿੰਦੇ ਹਨ, ਜਿਹੜੇ ਉਪਾਸਨਾ ਦੇ ਅਧਿਕਾਰੀ ਹਨ। ਐਸੀ ਲਿਵ ਲੱਗ ਹੈ ਔਰ ਅੰਤਰ, ਉਹਨਾਂ ਦੇ ਮਨ ਵਿੱਚ ਇਹੋ ਜਿਹੀ ਲਿਵ ਲੱਗ ਜਾਂਦੀ ਹੈ, ਇਹੋ ਜਿਹਾ ਉਹਨਾਂ ਦਾ ਮਨ ਜੁੜ ਜਾਂਦਾ ਹੈ। ਸਿਮਰਨ ਨਿਸ ਦਿਨ ਰਹਿ ਨਿਰੰਤਰ, ਉਹ ਦਿਨ ਰਾਤ ਨਾਮ ਹੀ ਜਪੀ ਜਾਂਦੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਤਿਕਾਮ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜਪੀ ਜਾਂਦੇ, ਤੁਰਦੇ ਫਿਰਦੇ, ਖਾਂਦੇ ਪੀਂਦੇ, ਉੱਠਦੇ ਬਹਿੰਦੇ, ਹਰ ਵੇਲੇ ਸਿਮਰਨ ਕਰਦੇ ਰਹਿੰਦੇ ਹਨ। ਜਿਸ ਤੇ ਮਨ ਹੋਏ ਜਾਗ ਇਕਾਗਰ, ਜਿਸ ਕਰਕੇ ਮਨ ਇਕਾਗਰ ਹੋ ਜਾਂਦਾ ਹੈ। ਜਦੋਂ ਸਾਧ ਸੰਗਤ ਜੀ ਉਹ ਜਾਗਦੇ ਹਨ, ਭਾਵ ਜਾਗਦੇ ਕਿਵੇਂ ਨੇ? ਮਨ ਜਾਗਣਾ ਦਾ ਸ਼ਬਦ ਨਾਲ ਹੀ ਹੈ ਨਾ। ਵੇਖੋ, ਜਿਵੇਂ ਇੱਕ ਤਾਂ ਜਾਗਣਾ ਹੈ ਜਿਹੜਾ ਸੰਸਾਰੀ ਲੋਕ ਸਵੇਰੇ ਉੱਠ ਕੇ ਜਾ ਕੇ ਆਪੋ ਆਪਣੇ ਕੰਮਾਂ 'ਤੇ ਚਲੇ ਜਾਂਦੇ, ਦੂਸਰਾ ਮਨ ਦਾ ਜਾਗਣਾ ਹੈ। ਮਨ ਉਦੋਂ ਜਾਗਦਾ ਜਦੋਂ ਸ਼ਬਦ ਦਾ ਅਭਿਆਸ ਹੁੰਦਾ ਹੈ। ਸੋ ਜਦੋਂ ਮਨ ਸ਼ਬਦ ਨਾਲ ਜਾਗ ਉੱਠਦਾ, ਫਿਰ ਇਕਾਗਰ ਹੁੰਦਾ, ਇੱਕ ਥਾਂ 'ਤੇ ਆ ਜਾਂਦਾ। ਸੁੱਤਾ ਹੋਇਆ ਮਨ ਇੱਧਰ ਉੱਧਰ ਭਟਕ ਰਿਹਾ ਹੈ, ਜਦੋਂ ਜਾਗੇਗਾ ਉਦੋਂ ਇੱਕ ਪਾਸੇ ਧਿਆਨ ਦੇਵੇਗਾ। ਹਾਂਜੀ। ਜਥਾ ਜੋਤ ਜੋਗੀਨ ਉਜਾਗਰ, ਜਿਵੇਂ ਜੋਗੀਆਂ ਪੁਰਸ਼ਾਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਉਜਾਗਰ ਹੁੰਦੀ ਹੈ। ਜਿਹੜੇ ਯੋਗ ਸਾਧਨਾ ਕਰਦੇ ਨੇ, ਪ੍ਰਾਣਾਂ ਨੂੰ ਚੱਕਰਾਂ ਨੂੰ ਵਿੰਨ ਕੇ ਜਦੋਂ ਉਲਟਤ ਪਵਨ ਚੱਕਰ ਖੱਟ ਭੇਦੇ, ਸੁਰਤ ਸੁਨ ਅਨਰਾਗੀ, ਆਵੇ ਨਾ ਜਾਵੇ ਮਰੈ ਨਾ ਜੀਵੈ, ਤਾਸ ਖੋਜ ਬੈਰਾਗੀ। ਮੇਰੇ ਮਨ ਮਨ ਹੀ ਉਲਟ ਸਮਾਨਾ। ਜਿਨ੍ਹਾਂ ਦੀ ਅਵਸਥਾ ਉੱਥੇ ਪਹੁੰਚਦੀ ਹੈ, ਉਹ ਫਿਰ ਯੋਗ ਦਾ ਆਨੰਦ ਮਾਣਦੇ ਹਨ। ਗੁਰੂ ਘਰ ਦੇ ਵਿੱਚ ਗੁਰੂ ਕੇ ਸਿੱਖਾਂ ਦਾ ਯੋਗ ਕੀ ਹੈ? ਯੋਗ ਬਣਿਆ ਤੇਰਾ ਕੀਰਤਨ ਗਾਈ, ਵਾਹਿਗੁਰੂ 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 ਵਾਹਿਗੁਰੂ, ਤੂੰ ਹੀ ਤੂੰ, ਤੂੰ ਹੀ ਤੂੰ ਕਰਦੇ ਹੋਏ ਤੂੰ ਹੀ ਤੂੰ ਬਣ ਜਾਂਦੇ ਹਨ। ਹਾਂਜੀ। ਅੰਤ ਸਮੇਂ ਗੁਰਪੁਰ ਮਹਿ ਬਾਸੈ, ਅੰਤ ਸਮੇਂ ਇਹੋ ਜਿਹੇ ਗੁਰਮੁਖ ਜਨ ਗੁਰੂ ਦੀ ਨਗਰੀ ਸੱਚਖੰਡ ਪਰਮੇਸ਼ਰ ਦੇ ਘਰ ਜਾ ਪਹੁੰਚਦੇ ਹਨ। ਗੁਰੂ ਨਗਰੀ 'ਚ ਪਹੁੰਚ ਜਾਂਦੇ ਹਨ, ਗੁਰੂ ਦੀ ਪੁਰੀ 'ਚ ਪਹੁੰਚ ਜਾਂਦੇ ਹਨ। ਜਹਾਂ ਸਦੀਵ ਆਨੰਦ ਪ੍ਰਕਾਸ਼ ਹੈ, ਜਿੱਥੇ ਗੁਰੂ ਦਾ ਨਗਰ ਹੈ, ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ। ਜਿਹੜੇ ਬਹੁਤ ਹੀ ਉੱਚੇ ਦੁਆਰੇ ਹਨ, ਸੱਚਖੰਡ ਦੇ ਮੁਨਾਰੇ ਹਨ, ਉੱਥੇ ਉਹਨਾਂ ਮਹਾਂਪੁਰਸ਼ਾਂ ਦੀ, ਉਹਨਾਂ ਭਗਤਾਂ ਦੀ ਸਦਾ ਸਦਾ ਲਈ ਸਥਿਤੀ ਬਣੀ ਰਹਿੰਦੀ ਹੈ। ਉੱਥੇ ਗਏ ਹੋਏ ਫਿਰ ਆਉਂਦੇ ਨਹੀਂ। ਜਬ ਕਭੂ ਸਾਧ ਸੰਗਤ ਇਹੋ ਪਾਵੈ, ਉਸ ਅਸਥਾਨ ਤੇ ਬੋਰ ਨਾ ਆਵੈ। ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਅਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸਹਿ ਪਾਰ ਬ੍ਰਹਮ ਕੈ ਸੰਗ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਾਧ ਕੁਰਬਾਨ। ਐਸੀ ਸਥਿਤੀ ਉਹਨਾਂ ਮਹਾਂਪੁਰਸ਼ਾਂ ਦੀ ਬਣ ਜਾਂਦੀ ਹੈ। ਕੇਚਤ ਪਾਵਹਿ ਆਤਮ ਗਿਆਨ, ਕਈ ਤਾਂ ਮਹਾਰਾਜ ਸਾਹਿਬ ਜੀ ਕੋਲੋਂ ਆਤਮ ਗਿਆਨ ਪ੍ਰਾਪਤ ਕਰਦੇ ਹਨ। ਕਿਉਂਕਿ ਜੈਸੀ ਜੈਸੀ ਅਵਸਥਾ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਬਈ ਕਰਮ ਵਾਲੇ, ਉਪਾਸਨਾ ਵਾਲੇ ਅਤੇ ਗਿਆਨ ਵਾਲੇ, ਤਿੰਨ ਪ੍ਰਕਾਰ ਦੇ ਲੋਕ ਹੁੰਦੇ ਨੇ। ਜਿਹੜੇ ਗਿਆਨ ਦੇ ਅਧਿਕਾਰੀ ਨੇ, ਉਹਨਾਂ ਨੂੰ ਆਤਮ ਗਿਆਨ ਦੁਆਰਾ ਸਤਿਗੁਰੂ ਜੀ ਨਿਹਾਲ ਕਰ ਦਿੰਦੇ ਹਨ। ਜਨਮ ਜਨਮ ਕੇ ਬੰਧਨ ਹਨ, ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ। ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਡੇਢ ਜਾਮ ਲਓ ਜਬ ਦਿਨ ਆਵੈ, ਸਵੇਰ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਤੇ ਉੱਠੇ ਮਹਾਰਾਜ ਜੀ। ਜਦੋਂ ਡੇਢ ਪਹਿਰ ਦਿਨ ਚੜ੍ਹ ਜਾਂਦਾ, ਯਾਨੀ ਦਿਨ ਦੇ 11-12 ਵਜੇ ਦਾ ਟਾਈਮ ਹੋਣ ਲੱਗਦਾ ਹੈ, ਤਾਵਤ ਬੈਠੇ ਸਭਾ ਸੁਹਾਵੈ। ਉਹਨਾਂ ਚਿਰ ਸਭਾ 'ਚ ਬੈਠੇ ਰਹਿੰਦੇ, ਉਹਨਾਂ ਚਿਰ ਸੰਗਤਾਂ ਨੂੰ ਦਰਸ਼ਨ ਦਿੰਦੇ ਰਹਿੰਦੇ ਹੈ। 3 ਘੰਟੇ ਰਾਤ ਦੇ ਹਨ, 4.5 ਘੰਟੇ ਸਮਝੋ ਦਿਨ ਦੇ ਹਨ, ਅਤੇ ਕਿੰਨਾ ਟਾਈਮ ਹੋ ਗਿਆ। ਇੰਨਾ ਸਮਾਂ ਦਾ ਮਹਾਰਾਜ ਬੈਠੇ ਹੀ ਚੌਂਕੜੇ ਵਿੱਚ ਹੀ ਲੰਘਾ ਦਿੰਦੇ ਹੈ। ਕੁਝ ਸਮਾਂ ਆਪਣੇ ਅੰਮ੍ਰਿਤ ਵੇਲੇ ਧਿਆਨ ਵਿੱਚ ਬੈਠਦੇ ਹੈ, ਫਿਰ ਕੁਝ ਸਮਾਂ ਦੀਵਾਨ ਵਿੱਚ ਸੰਗਤਾਂ ਨੂੰ ਬੈਠ ਕੇ ਦਰਸ਼ਨ ਦਿੰਦੇ ਹੈ। ਜਥਾ ਜੋਗ ਉਪਦੇਸਹਿ ਦਾਸ, ਆਪਣੇ ਸੇਵਕਾਂ ਨੂੰ ਜਥਾ ਜੋਗ ਉਹਨਾਂ ਦੇ ਅਧਿਕਾਰ ਮੁਤਾਬਕ ਉਪਦੇਸ਼ ਦਿੰਦੇ ਹਨ। ਭਾਈ ਆਹ ਕੰਮ ਕਰਨ ਵਾਲੇ ਨੇ, ਆਹ ਨਹੀਂ ਕਰਨੇ। ਗੁਰੂ ਕੇ ਸਿੱਖਾਂ ਦੀ ਇਹ ਕਰਨੀ ਹੈ, ਇਹ ਨਹੀਂ। ਜਿਹੜੇ ਜਿਹੜੇ ਕਰਮ ਕਰਨੇ ਹਨ, ਜੋ ਜੋ ਨਹੀਂ ਕਰਨੇ, ਉਹ ਸਾਰੀ ਗੁਰੂ ਸਾਹਿਬ ਸਿੱਖ ਸੰਗਤ ਨੂੰ ਮਰਜ਼ਾਦਾ ਦੱਸਦੇ ਹਨ। ਕਰਹਿ ਕੁਮਤ ਕੇ ਬੰਧ ਵਿਨਾਸ਼, ਜਿਹੜੇ ਜੀਵ ਨੂੰ ਬੰਧਨ ਪਏ ਹੋਏ ਨੇ ਕੁਮਤ ਦੇ, ਉਹ ਖੋਟੇ ਬੰਧਨਾਂ ਨੂੰ ਮਹਾਰਾਜ ਆਪਣੇ ਉਪਦੇਸ਼ ਦੁਆਰਾ ਕੱਟ ਸੁੱਟਦੇ ਹਨ। ਪੁਨਹ ਰਸੋਈਆ ਹਾਜ਼ਰ ਹੋਏ, ਫਿਰ ਰਸੋਈਆ ਸਾਧ ਸੰਗਤ ਜੀ ਹਾਜ਼ਰ ਹੋ ਜਾਂਦਾ। ਲਾਂਗਰੀ ਸਿੱਖ
ਠਾਡੋ ਰਹਿ ਬੰਦ ਕਰ ਦੋਏ। ਲਾਂਗਰੀ ਸਿੱਖ ਹੱਥ ਜੋੜ ਕੇ ਖੜਾ ਰਹਿੰਦਾ ਹੈ। ਦ੍ਰਿਸ਼ਟ ਪਰਹਿ ਤਬ ਅਰਜ ਗੁਜ਼ਾਰਹਿ। ਜਦੋਂ ਮਹਾਰਾਜ ਦੀ ਨਿਗਾਹ ਉਹਦੇ ਤੇ ਪੈਂਦੀ ਉਸ ਵੇਲੇ ਉਹ ਆਪਣੀ ਬੇਨਤੀ ਏਦਾਂ ਕਰਦਾ ਹੈ। ਮਹਾਰਾਜ ਜੀ ਭੋਜਨ ਤਿਆਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀਓ ਗੁਰੂ ਕਾ ਲੰਗਰ ਤਿਆਰ ਹੋ ਗਿਆ ਹੈ। ਉਠੈ ਗੁਰੂ ਸੁਚ ਸੰਗ ਸਥਾਨ। ਆਪ ਜੀ ਕਿਰਪਾ ਕਰਕੇ ਭੋਜਨ ਅੰਗੀਕਾਰ ਕਰੋ, ਲੰਗਰ ਛਕੋ। ਸਤਿਗੁਰੂ ਜੀ ਫਿਰ ਦੀਵਾਨ ਚੋਂ ਉੱਠਦੇ ਹਨ ਤੇ ਜਾ ਕੇ ਸੁੱਚੀ ਥਾਂ ਤੇ ਜਿੱਥੇ ਚੌਂਕੇ ਵਿੱਚ ਮਹਾਰਾਜ ਲੰਗਰ 'ਚ ਬੈਠ ਜਾਂਦੇ ਹਨ। ਬੈਠੈ ਚਰਨ ਪਖਾਰਹਿ ਪਾਨ। ਉਥੇ ਹੱਥ ਪੈਰ ਧੋਂਦੇ ਹਨ। ਮਹਾਰਾਜ ਨੂੰ ਸਿੱਖ ਸੇਵਾਦਾਰ ਸਤਿਗੁਰੂ ਦੇ ਚਰਨ ਵੀ ਧੁਆਉਂਦੇ ਹਨ ਤੇ ਹੱਥ ਵੀ ਧੁਆਉਂਦੇ ਹਨ। ਇੱਕ ਚੌਂਕੀ ਪਰ ਦੀਰਘ ਥਾਰ। ਇੱਕ ਚੌਂਕੀ ਸਤਿਗੁਰੂ ਜੀ ਦੇ ਸਾਹਮਣੇ ਰੱਖੀ ਜਾਂਦੀ ਹੈ। ਅੱਜ ਕੱਲ੍ਹ ਤਾਂ ਡਾਈਨਿੰਗ ਟੇਬਲ ਦਾ ਸਿਸਟਮ ਹੈ, ਪਹਿਲਾਂ ਚੌਂਕੀ ਤੇ ਪ੍ਰਸ਼ਾਦਾ ਛਕਾਉਂਦੇ ਸੀ ਸਤਿਕਾਰ ਦੇ ਨਾਲ। ਸੋ ਬੜੀ ਸੁੰਦਰ ਚੌਂਕੀ ਮਹਾਰਾਜ ਦੇ ਸਾਹਮਣੇ, ਉਹਦੇ ਉੱਤੇ ਵੱਡਾ ਥਾਲ ਰੱਖਿਆ ਜਾਂਦਾ ਹੈ। ਇੱਕ ਪਰ ਬੈਠੇ ਆਪ ਉਦਾਰ। ਇੱਕ ਚੌਂਕੀ ਤੇ ਆਪ ਬੈਠਦੇ ਨੇ, ਦੂਜੀ ਚੌਂਕੀ ਤੇ ਸਤਿਗੁਰੂ ਜੀ ਦੇ ਸਾਹਮਣੇ ਥਾਲ ਰੱਖਿਆ ਜਾਂਦਾ ਹੈ। ਮਨ ਭਾਵਤ ਅਚ ਭੋਜਨ ਨਾਨਾ ਪ੍ਰਕਾਰ ਦੇ ਸਵਾਦਿਸ਼ਟ ਭੋਜਨ ਤਿਆਰ ਹੁੰਦੇ ਹਨ। ਗੁਰੂ ਸਾਹਿਬ ਜੀ ਲਾਂਗਰੀ ਦੇ ਬਰਾਤ ਦਾ ਬਣਿਆ ਹੋਇਆ ਵਧੀਆ 36 ਪ੍ਰਕਾਰ ਦਾ ਭੋਜਨ ਛਕਦੇ ਹਨ। ਪਾਣੀ ਪਾਨ ਪਖਾਰਹਿ ਪਾਨਾ। ਤੇ ਫਿਰ ਸਤਿਗੁਰੂ ਜੀ ਜਲ ਛਕ ਕੇ ਹੱਥ ਧੋਂਦੇ ਹਨ। ਪੁਨ ਉਠ ਸੁਠ ਪ੍ਰਿਅੰਕ ਪਰ ਥਿਰੈ। ਫਿਰ ਮਹਾਰਾਜ ਦੁਪਹਿਰ ਦੇ ਵਾਸਤੇ ਕੁਝ ਸਮਾਂ ਘੜੀ ਆਰਾਮ ਕਰਨ ਦੇ ਲਈ ਆਪਣੇ ਪਲੰਘੇ ਤੇ ਜਾ ਬਿਰਾਜਦੇ ਹਨ। ਕੇਤਕ ਕਾਲ ਸੁਖੋਪਤ ਧਰੈ। ਕੁਝ ਸਮਾਂ ਮਹਾਰਾਜ ਸੁਖੋਪਤੀ ਅਵਸਥਾ ਭਾਵ ਨੀਂਦ ਲੈਂਦੇ ਹਨ। 2 ਘੜੀਆਂ ਸਤਿਗੁਰੂ ਜੀ ਆਰਾਮ ਕਰਦੇ ਦੁਪਹਿਰ ਦਾ। ਡੇਢ ਜਾਮ ਦਿਨ ਤੇ ਉੱਠ ਕਰਕੇ। ਜਦੋਂ ਡੇਢ ਪਹਿਰ ਰਾਤ ਦਿਨ ਰਹਿ ਜਾਵੇ, ਯਾਨੀ ਦੁਪਹਿਰ ਦੇ ਕੋਈ 3 ਵਜੇ ਦਾ 2-2:30 ਵਜੇ ਦਾ ਟਾਈਮ ਹੋ ਜਾਵੇ, ਦੁਪਹਿਰਾ ਢਲਣਾ ਸ਼ੁਰੂ ਹੋ ਜਾਵੇ, ਤਰਹਿ ਸੋਚ ਆਲਸ ਪਰ ਹਰਿ ਕੈ। ਉੱਠ ਕੇ ਸੋਚਾਚਾਰ ਕਰਦੇ ਹਨ, ਆਲਸ ਤਿਆਗਦੇ ਹਨ। ਬਹੁਰ ਦੀਵਾਨ ਵਿਖੇ ਥਿਤ ਹੋਏ। ਫਿਰ ਦੀਵਾਨ ਵਿੱਚ ਬੈਠ ਜਾਂਦੇ ਹਨ ਸਤਿਗੁਰੂ ਜੀ। ਦਰਸ਼ਨ ਕਰਹਿ ਆਨ ਸਭ ਕੋਏ। ਉਥੇ ਦੀਵਾਨ ਦੇ ਵਿੱਚ ਸਾਰੇ ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਹਨ। ਸੰਧਿਆ ਲੱਗ ਸੁਨ ਸ਼ਬਦ ਸਰਾਗ। ਸੰਧਿਆ ਤੱਕ ਕੀਰਤਨ ਹੁੰਦਾ ਰਹਿੰਦਾ ਹੈ। ਮਹਾਰਾਜ ਰਾਗਾਂ ਦੇ ਵਿੱਚ ਕੀਰਤਨ ਸੁਣਦੇ ਹਨ। ਕਰਹਿ ਸਰੀਰ ਜਨ ਪਿਖ ਅਨੁਰਾਗ। ਜਿਹੜਾ ਪ੍ਰੇਮ ਨਾਲ ਕੀਰਤਨ ਸੁਣਦਾ ਹੈ, ਜਿਹੜਾ ਗੁਰੂ ਦੇ ਦਰਬਾਰ 'ਚ ਹਾਜ਼ਰ ਹੁੰਦਾ, ਉਹਦੀ ਕਲਿਆਣ ਹੋ ਜਾਂਦੀ ਹੈ। ਚਤਰ ਘਟੀ ਨਿਸ ਬੀਤੀ ਹੇਰ। ਫਿਰ 4 ਘੜੀਆਂ ਰਾਤ ਜਦੋਂ ਬੀਤ ਜਾਂਦੀ ਹੈ, ਸ਼ਾਮ ਦੇ ਹਨੇਰਾ ਪੈ ਗਿਆ ਤੇ ਲਗਭਗ ਹਨੇਰਾ ਪ੍ਰਹਿਰਾਸ ਤੋਂ ਵੀ 1.5 ਘੰਟਾ ਬਾਅਦ ਤੱਕ ਭੋਜਨ ਕਰਹਿ ਗੁਰ ਪੁਨ ਫੇਰ। ਦੀਵਾਨ ਦੀ ਸਮਾਪਤੀ ਕਰਕੇ ਰਹਿਰਾਸ ਆਰਤੀ ਹੋ ਜਾਂਦੀ ਹੈ। ਫਿਰ ਗੁਰੂ ਸਾਹਿਬ ਪ੍ਰਸ਼ਾਦਾ ਛਕਦੇ ਹਨ, ਰਾਤ ਦਾ ਭੋਜਨ ਛਕਦੇ ਹਨ। ਜਾਮ ਜਾਏ ਨਿੰਦਰਾ ਬਸ ਹੋਏ। ਫਿਰ ਜਦੋਂ 1 ਪਹਿਰ ਰਾਤ ਚਲੀ ਜਾਂਦੀ, ਰਾਤ ਦੇ 9-10 ਵੱਜ ਜਾਂਦੇ ਨੇ, ਫਿਰ ਜਾ ਕੇ ਮਹਾਰਾਜ ਪਲੰਘੇ ਤੇ ਬਿਰਾਜ ਜਾਂਦੇ ਨੇ। ਪੌਡਹਿ ਬਾਰ ਪ੍ਰਿਅੰਕ ਪਰ ਸੋਏ। ਸੁੰਦਰ ਪਲੰਘ ਤੇ ਲਗਭਗ 10 ਵਜੇ ਤੋਂ ਪਹਿਲਾਂ ਸਤਿਗੁਰੂ ਜੀ ਬਿਰਾਜ ਜਾਂਦੇ ਨੇ। ਜਾਮ ਜਾਮਨੀ ਤੇ ਪੁਨ ਜਾਗ ਹੈ। ਫਿਰ ਪਹਿਰ ਰਾਤ ਰਹਿੰਦੀ ਤੋਂ ਫਿਰ ਸਤਿਗੁਰੂ ਜੀ ਉੱਠ ਪੈਂਦੇ ਹਨ। ਸੋਚ ਇਸ਼ਨਾਨ ਕਰਨ ਕੋ ਲੱਗ ਹੈ। ਫਿਰ ਅੰਮ੍ਰਿਤ ਵੇਲੇ ਸੋਚ ਇਸ਼ਨਾਨ ਦੀ ਨਿਤਨੇਮ ਦੀ ਕਿਰਿਆ ਕਰਨ ਲੱਗ ਜਾਂਦੇ ਹਨ। 101 ਗਾਗਰ ਕੇ ਸੰਗ। 101 ਗਾਗਰ ਮਹਾਰਾਜ ਜਲ ਦੇ ਇਸ਼ਨਾਨ ਵਾਸਤੇ ਵਰਤਿਆ ਕਰਦੇ ਸੀ। 101 ਗਾਗਰ ਦੇ ਨਾਲ ਰੋਜ਼ ਇਸ਼ਨਾਨ ਕਰਦੇ ਸਨ। ਇਹ ਸਿੱਖ ਲਿਆ ਕੇ ਗਾਗਰਾਂ ਪਾਈ ਜਾਂਦੇ, ਮਹਾਰਾਜ ਉਹਦੇ ਨਾਲ ਇਸ਼ਨਾਨ ਕਰਿਆ ਕਰਦੇ ਸਨ। ਸਰਬ ਰਿਤੁਨ ਮੱਜਤ ਸਰਬੰਗ। ਭਾਵੇਂ ਗਰਮੀ ਹੋਵੇ, ਭਾਵੇਂ ਸਰਦੀ ਹੋਵੇ, ਭਾਵੇਂ ਕੋਈ ਵੀ ਰੁੱਤ ਹੋਵੇ, ਮਹਾਰਾਜ ਜੀ ਦਾ ਇਸ਼ਨਾਨ 101 ਗਾਗਰ ਨਾਲ ਹੀ ਹੁੰਦਾ ਸੀ। ਇਹ ਗੁਰੂ ਹਰਿਰਾਏ ਸਾਹਿਬ ਦਾ ਨੇਮ ਸੀਗਾ। ਇਹਮ ਨਿਸ ਦਿਨ ਕੀ ਕਿਰਿਆ ਕਰਨ ਤੇ। ਇਸ ਤਰ੍ਹਾਂ ਮਹਾਰਾਜ ਦਾ ਰੋਜ਼ ਦਾ ਨਿਤਨੇਮ ਸੀ। ਕਿੱਦਾਂ ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਫਿਰ ਸਾਧ ਸੰਗਤ ਜੀ ਦਿਨ ਚੜ੍ਹੇ ਦੀਵਾਨ ਲਾਉਣਾ, ਕੀਰਤਨ ਸੁਣਨਾ, ਸੰਗਤਾਂ ਨੂੰ ਉਪਦੇਸ਼ ਦੇਣਾ, ਫਿਰ ਦੁਪਹਿਰੀ ਪ੍ਰਸ਼ਾਦਾ ਛਕ ਕੇ 2 ਘੜੀਆਂ ਆਰਾਮ ਕਰਨਾ, ਫਿਰ ਸ਼ਾਮ ਦਾ ਦੀਵਾਨ ਲਾਉਣਾ, ਫਿਰ ਰਾਤ 4 ਘੜੀਆਂ
ਬੀਤੀ ਦੇ ਪ੍ਰਸ਼ਾਦਾ ਛਕਣਾ, ਇੱਕ ਪਹਿਰ ਰਾਤ ਰੀਤੀ ਤੇ ਬੀਤੀ ਦੇ ਆਰਾਮ ਕਰਨਾ, ਸਵਾ ਪਹਿਰ ਰਾਤ ਰਹਿੰਦੀ ਫਿਰ ਉੱਠ ਪੈਣਾ। ਇਸ ਤਰ੍ਹਾਂ ਦਾ ਨਿਯਮ ਸੀ ਸਤਿਗੁਰੂ ਜੀ ਦਾ। ਜਿਨ ਤੇ ਜਨ ਅਨੇਕ ਉਦਰੰਤੇ, ਜਿਨ੍ਹਾਂ ਦੇ ਦਰਸ਼ਨ ਕਰਕੇ ਅਨੇਕਾਂ ਹੀ ਜੀਵਾਂ ਦਾ ਉਧਾਰ ਹੋਇਆ। ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸਤਵੇਂ ਪਾਤਸ਼ਾਹ ਜੀ ਨੇ ਇਹ ਜੋ ਨਿਤਨੇਮ ਪੂਜਾ ਪਾਠ ਆਪ ਕਰਦੇ ਸੀ, ਉਹ ਸਾਨੂੰ ਸਿੱਖਾਂ ਨੂੰ ਪ੍ਰੇਰਣਾ ਕਰਦੇ। ਉਹਨਾਂ ਨੂੰ ਕੋਈ ਲੋੜ ਨਹੀਂ ਹੈ, ਗੁਰੂ ਨੂੰ ਕੋਈ ਲੋੜ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਕੋਈ ਕਿਰਿਆ ਕਰਨ ਦੀ, ਪਰ ਸਾਡੇ ਵਾਸਤੇ ਗੁਰੂ ਕਰਦਾ ਹੈ ਵੀ ਸਿੱਖ ਵੀ ਦੇਖ ਕੇ ਕਰਦੇ ਰਹਿਣ, ਇਹਨਾਂ ਦਾ ਉਧਾਰ ਹੋ ਜਾਵੇ। ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਇਹ ਪਹਿਲੀ ਸ਼ਰਤ ਮਹਾਰਾਜ ਨੇ ਲਾਈ ਹੋਈ ਹੈ। ਜਿਵੇਂ ਆਪਾਂ ਰੋਜ਼ ਪੜ੍ਹਦੇ ਹਾਂ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਗੁਰਸਿੱਖੀ ਦਾ ਪਹਿਲਾ ਅਸੂਲ। ਸਤਿਗੁਰੂ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਗੁਰਸਿੱਖ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਇਹ ਪੰਥ ਖਾਲਸਾ ਸਾਜਿਆ, ਇਹਦਾ ਮੁੱਢਲਾ ਜੋ ਅਸੂਲ ਹੈ ਇਹੀ ਹੈ। ਭਾਵੇਂ ਅੱਜ ਅਸੀਂ ਇਹਨਾਂ ਗੱਲਾਂ ਨੂੰ ਸੁਣ ਕੇ ਵੀ ਰਾਜੀ ਨਹੀਂ, ਮੰਨਣਾ ਤਾਂ ਬੜੀ ਦੂਰ ਦੀ ਗੱਲ ਹੈ, ਸੁਣਦੇ ਹੀ ਨਹੀਂ ਵੀ ਅੰਮ੍ਰਿਤ ਵੇਲੇ ਉੱਠਣਾ। ਕਹਿੰਦੇ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਹੀ ਨਹੀਂ, ਬਲਕਿ ਕਹਿੰਦੇ 9-10 ਵਜੇ ਤੱਕ ਪੂਰੀ ਬੈਟਰੀ ਚਾਰਜ ਕਰੋ ਸੌਂ ਕੇ, ਫਿਰ ਜਦੋਂ ਜੀ ਤੁਹਾਡਾ ਸਰੀਰ ਠੀਕ ਹੋ ਜਾਏ ਉਦੋਂ ਤੁਸੀਂ ਨਹਾ ਧੋ ਲਓ। ਪਰ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਤਾਂ ਇਹੀ ਹੈ ਵੀ ਭਲਕੇ ਉੱਠ ਹਰ ਨਾਮ ਧਿਆਵੈ। ਹਾਂ, ਕਦੀ ਕਿਸੇ ਨੂੰ ਕੋਈ ਤੰਗੀ ਆ ਜਾਏ, ਇੱਕ ਦਿਨ ਮੰਨ ਲਓ ਕੋਈ ਨਹੀਂ ਉੱਠ ਸਕਿਆ, ਪਰ ਇਹ ਤਾਂ ਨਹੀਂ ਵੀ ਹੁਣ ਨਿਯਮ ਹੀ ਬਣਾ ਲੈਣਾ ਵੀ ਰੋਜ਼ ਹੀ ਇੱਦਾਂ ਕਰਨਾ। ਬਲਕਿ ਫਰੀਦ ਜੀ ਮਹਾਰਾਜ ਨੇ ਤਾਂ ਲਿਖਿਆ ਸੀ, ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ। ਅੱਜ ਮੈਂ ਨਮਾਜ਼ ਨਹੀਂ ਪੜ੍ਹੀ, ਅੱਜ ਮੈਂ ਨਿਤਨੇਮ ਨਹੀਂ ਕੀਤਾ ਤੇ ਮੈਨੂੰ ਇੰਨਾ ਘਾਟਾ ਮਹਿਸੂਸ ਹੋ ਰਿਹਾ। ਜਾਏ ਪੁੱਛੋ ਦੁਆਗਣੀ ਤੁਮ ਕਿਉਂ ਰਹਿਣ ਵਿਹਾਏ। ਜਿਨ੍ਹਾਂ ਨੇ ਕਦੀ ਪਰਮੇਸ਼ਰ ਨੂੰ ਯਾਦ ਹੀ ਨਹੀਂ ਕੀਤਾ, ਉਹਨਾਂ ਦੀ ਜ਼ਿੰਦਗੀ ਦੀ ਰਾਤ ਕਿਵੇਂ ਲੰਘ ਰਹੀ ਹੈ, ਜਾ ਕੇ ਦੇਖੋ ਤਾਂ ਸਹੀ, ਦੁਖੀ ਹਨ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਅੰਮ੍ਰਿਤ ਵੇਲੇ ਉੱਠ ਕੇ ਪੂਜਾ ਪਾਠ ਸਿਮਰਨ ਨਿਤਨੇਮ ਭਜਨ ਤਾਂ ਕਰਦੇ, ਮੇਰੇ ਸਿੱਖ ਵੀ ਇੱਦਾਂ ਕਰਨਗੇ। ਹਾਂਜੀ। ਖਸ਼ਟ ਮਾਸ ਕੀਰਤਪੁਰ ਮਾਹੀ, 6 ਮਹੀਨੇ ਮਹਾਰਾਜ ਕਰਤਾਰਪੁਰ ਤੋਂ ਆਇਆਂ ਨੂੰ, ਕੀਰਤਪੁਰ ਸਾਹਿਬ ਰਹਿੰਦਿਆਂ ਨੂੰ ਹੋ ਗਏ ਹਨ। ਕਰਿਓ ਬਾਸ ਸਤਿਗੁਰ ਚਿਤ ਚਾਹੀ, ਜਦੋਂ ਦੇ ਕੀਰਤਪੁਰ ਸਾਹਿਬ ਆਏ ਨੇ ਕਿਤੇ ਗਏ ਨਹੀਂ, 6 ਮਹੀਨੇ ਇੱਥੇ ਹੀ ਹੋ ਗਏ ਨੇ। ਕਰਤਾਰਪੁਰ ਸਾਹਿਬ ਤੋਂ ਆਏ ਸਨ, ਫਿਰ ਕੀਰਤਪੁਰ ਵਿੱਚ ਹੀ ਵਾਸਾ ਰੱਖਿਆ। ਸੋ ਇਹ ਸਾਧ ਸੰਗਤ ਜੀ ਮਹਾਰਾਜ ਦੀ ਕਥਾ ਜਿਹੜੀ ਹੈ, ਭਾਈ ਭਗਤੂ ਸਾਹਿਬ ਜੀ ਜਿਹੜੇ ਮਹਾਰਾਜ ਦੇ ਆਨੰਦ ਸੇਵਕ ਬ੍ਰਹਮ ਗਿਆਨੀ ਕਰਤਾਰਪੁਰ ਚੜ੍ਹਾਈ ਕਰ ਗਏ ਸਨ, ਉਹਨਾਂ ਦੇ ਪੁੱਤਰ ਗੋਰੇ ਦੀ ਕਥਾ ਵੀ ਆਪਾਂ ਸੁਣ ਚੁੱਕੇ ਹਾਂ। ਵੀ ਗੋਰਾ ਮਹਾਰਾਜ ਕੋਲ ਆਇਆ ਸੀ ਤੇ ਸਤਿਗੁਰੂ ਸਾਹਿਬ ਜੀ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੇ ਉਸ ਨੂੰ ਦੱਸਿਆ ਸੀ ਵੀ ਤੁਹਾਡੇ ਪਿਤਾ ਜੀ ਸਾਡੇ ਕੋਲ ਕਰਤਾਰਪੁਰ ਆ ਕੇ ਚੋਲਾ ਛੱਡ ਕੇ ਅਸੀਂ ਆਪਣੇ ਹੱਥੀਂ ਸੰਸਕਾਰ ਕੀਤਾ। ਤੇ ਇਹ ਵੀ ਦੱਸੋ ਵੀ ਉਹਨਾਂ ਦਾ ਜਿਹੜਾ ਵਿਆਹ ਹੋਇਆ ਸੀ ਉਹਦਾ ਕੀ ਬਣਿਆ। ਗੋਰੇ ਨੇ ਦੱਸਿਆ ਮਹਾਰਾਜ ਵੀ ਉਹ ਮਾਤਾ ਜਿਹੜੀ ਸੀ, ਜਿਹੜੀ ਬਹੁਤ ਛੋਟੀ ਉਮਰ ਦੀ ਸੀ ਭਾਵੇਂ ਉਹ, ਪਰ ਉਹਨੇ ਪਰਨ ਕਰ ਲਿਆ ਵੀ ਮੇਰੇ ਪਤੀ ਭਾਈ ਭਗਤੂ ਜੀ ਹਨ, ਇਸ ਕਰਕੇ ਮੈਂ ਹੋਰ ਕਿਤੇ ਵਿਆਹ ਨਹੀਂ ਕਰਾਵਾਂਗੀ। ਤੇ ਉਹਨੂੰ ਅਸੀਂ ਆਪਣੀ ਮਾਤਾ ਬਣਾ ਕੇ ਆਪਣੇ ਘਰ ਲੈ ਆਏ। ਉਹ ਹੁਣ ਸਾਡੇ ਕੋਲ ਹੈ ਤੇ ਅਸੀਂ ਉਹਦੀ ਪੂਜਾ ਪਾਠ ਬਾਣੀ ਪੜ੍ਹਦੀ ਰਹਿੰਦੀ ਆ, ਉਹ ਨਾਮ ਜਪਦੀ, ਅਸੀਂ ਉਹਨੂੰ ਪ੍ਰਸ਼ਾਦਾ ਪਾਣੀ ਸੇਵਾ ਉਹਦੀ ਕਰਦੇ ਹਾਂ, ਪਰ ਹੈ ਉਹ ਭਗਤੀ ਵਾਲੀ ਆਤਮਾ। ਜਦੋਂ ਭਾਈ ਭਗਤੂ ਜੀ ਦਾ ਪੁੱਤਰ ਭਾਈ ਗੋਰਾ ਇਹ ਗੱਲ ਗੁਰੂ ਹਰਿਰਾਏ ਸਾਹਿਬ ਨੂੰ ਦੱਸ ਰਿਹਾ ਸੀ, ਤਾਂ ਇੱਕ ਜੱਸਾ ਨਾਮ ਦਾ ਚੌਰ ਬਰਦਾਰ ਜਿਹੜਾ ਬੜਾ ਸੁੰਦਰ ਸਰੂਪ ਵੀ ਸੀ ਤੇ 30 ਸਾਲ ਉਹਦੀ ਉਮਰ ਸੀ, ਪਰ ਸੁਭਾਅ ਦਾ ਜਿਹੜਾ ਉਹ ਮਸ਼ਕਰਾ ਜਿਹਾ ਸੀ, ਹਾਸੀ ਵਾਲਾ ਸੁਭਾਅ ਸੀ। ਉਹਨੇ ਕਹਿਤਾ ਮਹਾਰਾਜ ਭਾਈ ਭਗਤੂ ਦੀ ਵਹੁਟੀ ਜਾਂ ਉਹਦੀ ਪਤਨੀ ਜੇ ਵਿਧਵਾ ਹੋ ਗਈ ਹੈ ਤਾਂ ਮੇਰੇ ਘਰ ਬਿਠਾ ਦਿਓ। ਉਹਨੇ ਤਾਂ ਸੁਭਾਵਕ ਹੀ ਗੱਲ ਕਰਤੀ, ਜਿਵੇਂ ਕੋਈ ਕਈ ਵਾਰੀ ਬੰਦਾ ਬਿਨਾਂ ਸੋਚਿਆਂ ਵੀ ਮੂੰਹ ਤੋਂ ਗੱਲ ਕੱਢ ਦਿੰਦਾ, ਹਾਸੀ ਨਾਲ ਵੀ ਕੱਢ ਦਿੰਦਾ। ਤੇ ਪਰ ਭਾਈ ਗੋਰੇ ਨੂੰ ਇਸ ਗੱਲ ਨੇ ਬਹੁਤ ਜ਼ਿਆਦਾ ਪਿੰਚ ਕੀਤਾ, ਗੁੱਸਾ ਚੜ੍ਹ ਗਿਆ। ਉੱਥੇ ਤਾਂ ਨਹੀਂ ਬੋਲਿਆ, ਪਰ ਗੋਰੇ ਨੇ ਆਪਣੇ ਬਰਾੜਾਂ ਕੋਲੋਂ ਉਸ ਸਿੱਖ ਦਾ ਭਾਈ ਜੱਸੇ ਦਾ ਕਤਲ ਸ਼ਾਮ ਨੂੰ ਕਰਵਾਤਾ, ਗੋਲੀ 'ਚ ਮਰਵਾ ਦਿੱਤੀ ਉਸ ਨੂੰ।
ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਆਪਣੇ ਹੱਥੀਂ ਭਾਈ ਜੱਸੇ ਦਾ ਸੰਸਕਾਰ ਕੀਤਾ ਅਤੇ ਨਾਲ ਹੀ ਗੋਰੇ ਨੂੰ 101 ਸਰਾਪ ਦਿੱਤੇ ਵੀ ਤੂੰ ਆ ਟੇਢੀਆਂ ਮੇਢੀਆਂ ਤ੍ਰਿਗਤ ਜੂਨਾਂ 'ਚ ਪਵੇਂ, ਤੂੰ ਗੁਰੂ ਕੇ ਸਿੱਖ 'ਤੇ ਵਾਰ ਕੀਤਾ, ਮਾੜਾ ਕੰਮ ਕੀਤਾ ਅਤੇ ਸਾਡੇ ਮੱਥੇ ਨਾ ਲੱਗੇ, ਅਸੀਂ ਦਰਸ਼ਨ ਨਹੀਂ ਦੇਣੇ। 101 ਸਰਾਪ ਸਤਿਗੁਰੂ ਜੀ ਨੇ ਦਿੱਤਾ ਸੀ, ਪਰ ਜਿਹੜਾ ਗੁਰੂ ਸਾਹਿਬ ਦਾ ਉਹਦੇ ਮਨ 'ਚ ਪ੍ਰੇਮ ਸੀ ਨਾ ਗੋਰੇ ਦੇ, ਉਹ ਕਮਾਲ ਦਾ ਸੀ ਵੀ ਉਹ ਗੁਰੂ ਸਾਹਿਬ ਦਾ ਦਰ ਛੱਡ ਕੇ ਗਿਆ ਨਹੀਂ। ਉੱਥੇ ਹੀ ਕੀਰਤਪੁਰ ਸਾਹਿਬ ਲਗਭਗ 1 ਮੀਲ ਦੂਰੀ 'ਤੇ ਬੈਠਾ ਰਿਹਾ ਵੀ ਜਦੋਂ ਮਹਾਰਾਜ ਮੈਨੂੰ ਬਖਸ਼ਣਗੇ ਉਦੋਂ ਹੀ ਜਾਵਾਂਗਾ। ਉਹ ਕਥਾ ਹੁਣ ਅੱਗੇ ਚੱਲੇਗੀ, ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ।